ਹੈਲੋ ਬੱਚੋ, ਚਲੋ ਅੱਜ ਅਸੀਂ ਕਰਦੇ ਹਾਂ ਕਲਾਸ 10th ਸਾਇੰਸ ਦਾ ਚੈਪਟਰ ਨੰਬਰ 5 ਜਿਹਦਾ ਟਾਈਟਲ ਹੈ ਪੀਰੀਓਡਿਕ ਕਲਾਸੀਫਿਕੇਸ਼ਨ ਆਫ ਐਲੀਮੈਂਟਸ। ਤੇ ਅੱਜ ਅਸੀਂ ਇਸ ਚੈਪਟਰ ਦਾ ਭਾਗ ਪਹਿਲਾ ਕਰਨ ਜਾ ਰਹੇ ਹਾਂ। ਪੰਜਾਬੀ ਦੇ ਵਿੱਚ ਅਧਿਆਇ 5 ਨੂੰ ਅਸੀਂ ਤੱਤਾਂ ਦਾ ਆਵਰਤੀ ਵਰਗੀਕਰਨ ਵੀ ਕਹਿੰਦੇ ਹਾਂ। ਸੋ ਜਿੱਦਾਂ ਕਿ ਟਾਈਟਲ ਤੋਂ ਹੀ ਪਤਾ ਲੱਗਦਾ ਪਿਆ ਵੀ ਜਿਹੜੇ ਤੱਤ ਨੇ ਜਾਂ ਜਿਹੜੇ ਐਲੀਮੈਂਟਸ ਨੇ ਉਹਨਾਂ ਦਾ ਵਰਗੀਕਰਨ ਕਰਨਾ, ਉਹਨਾਂ ਨੂੰ ਵਰਗਾਂ ਦੇ ਵਿੱਚ ਵੰਡਣਾ। ਤਾਂ ਪਹਿਲਾ ਕੁਐਸਚਨ ਜਿਹੜਾ ਹੈਗਾ ਉਹ ਇਹ ਅਰਾਈਜ਼ ਹੁੰਦਾ ਵੀ ਲੋੜ ਕੀ ਹੈ ਤੱਤਾਂ ਦੇ ਵਰਗੀਕਰਨ ਦੀ, ਹੈ ਨਾ। ਸੋ ਤੱਤਾਂ ਦੇ ਵਰਗੀਕਰਨ ਦੀ ਲੋੜ ਮਹਿਸੂਸ ਕਿਉਂ ਹੋਈ, ਇਹਨੂੰ ਜਾਣਨ ਲਈ ਆਪਾਂ ਇੱਕ ਪਿਕਚਰ ਦੇਖਦੇ ਹਾਂ। ਸਪੋਜ਼ ਕਰ ਲਓ ਵੀ ਆਪਾਂ ਇੱਕ ਸ਼ਾਪਿੰਗ ਮਾਲ 'ਚ ਗਏ ਹਾਂ, ਠੀਕ ਹੈ, ਅਤੇ ਅਲੱਗ-ਅਲੱਗ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਨੇ ਨਾ ਉਹਦੇ ਵਿੱਚ ਅਲੱਗ-ਅਲੱਗ ਸੈਕਸ਼ਨਸ 'ਚ ਪਈਆਂ ਹੁੰਦੀਆਂ। ਜਿੱਦਾਂ ਜੇ ਤੁਸੀਂ ਕੋਈ ਗਰੋਸਰੀ ਦੀ ਚੀਜ਼ ਲੈਣੀ ਆ, ਕੋਈ ਦਾਲਾਂ ਲੈਣੀਆਂ ਨੇ, ਹੈ ਨਾ, ਕੋਈ ਆਟਾ ਲੈਣਾ, ਤਾਂ ਤੁਹਾਨੂੰ ਅਲੱਗ ਇੱਕ ਸੈਕਸ਼ਨ 'ਚ, ਜਿਹਨੂੰ ਅਸੀਂ ਗਰੋਸਰੀ ਸੈਕਸ਼ਨ ਕਹਿੰਦੇ ਹਾਂ, ਉਹਦੇ 'ਚ ਜਾਣਾ ਪਊਗਾ। ਇਸੇ ਤਰ੍ਹਾਂ ਹੀ ਜੇ ਤੁਸੀਂ ਕੋਈ ਸਵੀਟਸ ਲੈਣੀਆਂ, ਚਾਕਲੇਟਸ ਲੈਣੀਆਂ, ਤਾਂ ਕਨਫੈਕਸ਼ਨਰੀ ਸੈਕਸ਼ਨ 'ਚ ਜਾਣਾ ਪਊਗਾ। ਕੋਈ ਕੱਪੜੇ ਲੈਣੇ ਤਾਂ ਤੁਸੀਂ ਐਪਰਲ ਸੈਕਸ਼ਨ 'ਚ ਜਾਓਗੇ। ਜੇ ਤੁਸੀਂ ਲਾਂਡਰੀ ਦਾ ਸਮਾਨ ਲੈਣਾ, ਕੋਈ ਕੱਪੜੇ ਧੋਣ ਦਾ ਸਮਾਨ ਲੈਣਾ, ਕੋਈ ਕੱਪੜੇ ਧੋਣ ਵਾਲਾ ਸਾਬਣ ਲੈਣਾ, ਜਾਂ ਕੋਈ ਡਿਟਰਜੈਂਟ ਪਾਊਡਰ ਲੈਣਾ, ਜਾਂ ਕੋਈ ਹੋਰ ਇਹੋ ਜਿਹੀ ਚੀਜ਼ ਲੈਣੀ ਜਿਹੜੀ ਆਪਾਂ ਕੱਪੜੇ ਧੋਣ 'ਚ ਯੂਜ਼ ਕਰਦੇ, ਤਾਂ ਤੁਹਾਨੂੰ ਲਾਂਡਰੀ ਸੈਕਸ਼ਨ 'ਚ ਜਾਣਾ ਪਊਗਾ। ਜੇ ਤੁਸੀਂ ਕਾਸਮੈਟਿਕਸ ਦਾ ਕੋਈ ਸਮਾਨ ਲੈਣਾ ਤਾਂ ਤੁਹਾਨੂੰ ਫਿਰ ਕਾਸਮੈਟਿਕ ਸੈਕਸ਼ਨ 'ਚ ਜਾਣਾ ਪਊਗਾ। ਜੇ ਤੁਸੀਂ ਕੋਈ ਸਨੈਕਸ ਵਗੈਰਾ ਖਰੀਦਣੇ ਆ, ਜਿੱਦਾਂ ਕੋਈ ਭੁਜੀਏ ਦੇ ਪੈਕਟ ਹੋ ਗਏ, ਬਿਸਕਿਟਸ ਹੋ ਗਏ, ਤਾਂ ਤੁਹਾਨੂੰ ਉਹਦੇ ਅਕੋਰਡਿੰਗਲੀ ਅਲੱਗ ਸੈਕਸ਼ਨ 'ਚ ਜਾਣਾ ਪਊਗਾ। ਗੱਲ ਇਹ ਆ ਵੀ ਜਿੱਥੇ ਵੀ ਤੁਸੀਂ ਜਾਂਦੇ ਹੋ ਸ਼ੋਪਿੰਗ ਕਰਨ ਲਈ, ਚਾਹੇ ਉਹ ਸ਼ੋਪਿੰਗ ਮਾਲ ਆ, ਚਾਹੇ ਕੋਈ ਦੁਕਾਨ ਆ, ਉਹਦੇ ਵਿੱਚ ਇਹ ਤਾਂ ਨਹੀਂਗਾ ਵੀ ਸਾਰਾ ਸਮਾਨ ਜਿਹੜਾ ਵਾ ਉਹ ਢੇਰ ਲਾ ਕੇ ਰੱਖਿਆ ਹੋਵੇ। ਇੱਦਾਂ ਹੁੰਦਾ ਨਹੀਂ ਨਾ ਹੁੰਦਾ, ਅਲੱਗ-ਅਲੱਗ ਸੈਕਸ਼ਨਸ ਬਣੇ ਹੁੰਦੇ ਨੇ। ਕਿਤੇ ਤੁਹਾਨੂੰ ਗਰੋਸਰੀ ਦੀਆਂ ਆਈਟਮਸ ਮਿਲਣਗੀਆਂ, ਕਿਤੇ ਕਨਫੈਕਸ਼ਨਰੀ ਦੀਆਂ, ਕਿਤੇ ਕੱਪੜਿਆਂ ਦੀਆਂ, ਕਿਤੇ ਸਨੈਕਸ, ਕਿਤੇ ਕਾਸਮੈਟਿਕਸ, ਕਿਤੇ ਲਾਂਡਰੀ, ਤਾਂ ਕਿ ਜਿਹੜਾ ਵੀ ਬੰਦਾ ਸ਼ੋਪਿੰਗ ਕਰਨ ਆਉਂਦਾ ਵਾ ਉਹਦੇ ਲਈ ਇੱਕ ਆਰਗੇਨਾਈਜ਼ਡ ਅਪਰੋਚ ਜਿਹੜੀ ਹੈ ਨਾ ਉਹ ਮੁਹੱਈਆ ਕਰਵਾਈ ਜਾ ਸਕੇ, ਤਾਂ ਕਿ ਈਜ਼ੀਲੀ ਜਿਹੜਾ ਬੰਦਾ ਹੈਗਾ ਉਹ ਸ਼ੋਪਿੰਗ ਕਰ ਸਕੇ। ਜੇ ਸਾਰੇ ਸਮਾਨ ਦਾ ਢੇਰ ਬਣਾ ਦਿੱਤਾ ਜਾਵੇ ਤਾਂ ਤੁਸੀਂ ਦੇਖੋ ਵੀ ਹਾਲ ਕੀ ਬਣੂਗਾ। ਕੋਈ ਸ਼ੋਪਿੰਗ ਨਹੀਂ ਹੋ ਸਕੂਗੀ, ਕਿਉਂਕਿ ਇੰਨੇ ਢੇਰ ਵਿੱਚੋਂ ਕਿਹੜੀਆਂ ਚੀਜ਼ਾਂ ਸੌਟ ਆਊਟ ਹੋ ਸਕਦੀਆਂ, ਹੈ ਨਾ। ਸੋ ਕਿਤੇ ਵੀ ਤੁਸੀਂ ਜਾਓ, ਇੱਕ ਆਰਗੇਨਾਈਜ਼ਡ ਅਪਰੋਚ ਜਿਹੜੀ ਹੈ ਨਾ ਉਹ ਬਹੁਤ ਜ਼ਰੂਰੀ ਹੁੰਦੀ ਆ। ਈਵਨ ਹੁਣ ਤੁਸੀਂ ਆਪਣੇ ਘਰ 'ਚ ਹੀ ਦੇਖ ਲਓ, ਤੁਹਾਡੀਆਂ ਇੰਨੀਆਂ ਕਾਪੀਆਂ, ਕਿਤਾਬਾਂ, ਕਈ ਕੁਛ ਹੁੰਦਾ, ਹੈ ਨਾ, ਤੁਸੀਂ ਉਹਨੂੰ ਆਰਗੇਨਾਈਜ਼ਡ ਨਹੀਂ ਕਰਕੇ ਰੱਖਦੇ ਹੋ ਨਾ, ਤਾਂ ਕਿ ਲੋੜ ਪੈਣ ਦੇ ਉੱਤੇ ਜਿਹੜੀ ਚੀਜ਼ ਚਾਹੀਦੀ ਆ ਉਹਨੂੰ ਲੱਭਣਾ ਸੌਖਾ ਹੋਵੇ, ਉਹਨੂੰ ਵੇਖਣਾ ਸੌਖਾ ਹੋਵੇ। ਸੋ ਇਸੇ ਤਰ੍ਹਾਂ ਹੀ ਜਿਹੜੇ ਤੱਤ ਨੇ ਉਹ ਬਹੁਤ ਸਾਰੇ ਸੀਗੇ, ਔਰ ਕੋਈ ਪਤਾ ਹੀ ਨਹੀਂ ਲੱਗਦਾ ਸੀਗਾ ਵੀ ਉਹ ਕਿੱਦਾਂ ਦੀਆਂ ਪ੍ਰੋਪਰਟੀਜ਼ ਐਗਜ਼ੀਬਿਟ ਕਰਦੇ ਆ। ਤਾਂ ਫਿਰ ਲੋੜ ਮਹਿਸੂਸ ਹੋਈ ਵੀ ਇਹਨਾਂ ਨੂੰ ਸਟੱਡੀ ਕੀਤਾ ਜਾਵੇ ਅਤੇ ਇਹਨਾਂ ਤੱਤਾਂ ਦਾ ਵਰਗੀਕਰਨ ਕੀਤਾ ਜਾਵੇ, ਯਾਨੀ ਕਿ ਕਲਾਸੀਫਿਕੇਸ਼ਨ ਕੀਤੀ ਜਾਵੇ। ਅਤੇ ਇੱਥੋਂ ਹੀ ਸ਼ੁਰੂਆਤ ਹੋਈ ਫਿਰ ਪੀਰੀਓਡਿਕ ਕਲਾਸੀਫਿਕੇਸ਼ਨ ਆਫ ਐਲੀਮੈਂਟਸ ਦੀ। ਮੇਕਿੰਗ ਆਰਡਰ ਆਊਟ ਆਫ ਕਿਓਜ਼, ਯਾਨੀ ਕਿ ਕਿਓਜ਼ ਦੇ ਵਿੱਚੋਂ ਜਾਂ ਜਿਹੜੀ ਉਥਲ ਪੁਥਲ ਆ ਉਹਦੇ ਵਿੱਚੋਂ ਆਰਡਰ ਦੇ ਵਿੱਚ ਜਾਂ ਆਰਗੇਨਾਈਜ਼ਡ ਵੇ ਦੇ ਵਿੱਚ ਚੀਜ਼ਾਂ ਲਿਆਉਣ ਦੇ ਲਈ ਕਈ ਅਟੈਂਪਟ ਹੋਏ ਨੇ। ਲੇਕਿਨ ਸਭ ਤੋਂ ਪਹਿਲਾ ਉਪਰਾਲਾ ਜਿਹੜਾ ਕੀਤਾ ਉਹ ਅੱਜ ਤੋਂ 100 ਸਾਲ ਤੋਂ ਵੀ ਪਹਿਲਾਂ ਕੀਤਾ ਗਿਆ ਬਾਈ ਲਵੋਸੀਅਰ। ਇਹ ਜਿਹੜਾ ਸਾਇੰਟਿਸਟ ਆ ਬੜਾ ਰਿਨਾਊਂਡ ਕੈਮੀਕਲ ਸਾਇੰਟਿਸਟ ਰਿਹਾ। ਇਹਨੇ ਕੀ ਕੀਤਾ ਵੀ ਇਹਨੇ ਡਿਸਕਵਰ ਕੀਤਾ ਕਿ ਕੁਝ ਐਲੀਮੈਂਟਸ ਹੁੰਦੇ ਨੇ ਜਿਨ੍ਹਾਂ ਦੀਆਂ ਪ੍ਰੋਪਰਟੀਜ਼ ਜਿਹੜੀਆਂ ਨੇ ਆਪਸ ਦੇ ਵਿੱਚ ਰਿਜ਼ੈਂਬਲ ਕਰਦੀਆਂ ਨੇ ਜਾਂ ਮਿਲਦੀਆਂ ਨੇ। ਇਹ ਜਿੰਨੇ ਵੀ ਐਲੀਮੈਂਟਸ ਨੇ ਇਹਨਾਂ ਨੂੰ ਇਹਨੇ ਮੈਟਲਸ ਤੇ ਨੋਨ ਮੈਟਲਸ ਦੇ ਵਿੱਚ ਕਲਾਸੀਫਾਈ ਕਰ ਦਿੱਤਾ, ਤਾਂ ਕਿ ਇਹ ਜਿਹੜੇ ਐਲੀਮੈਂਟਸ ਨੇ ਇਹਨਾਂ ਦੀਆਂ ਐਸਿਡਿਕ ਤੇ ਬੇਸਿਕ ਪ੍ਰੋਪਰਟੀਜ਼ ਜਿਹੜੀਆਂ ਨੇ ਉਹ ਆਸਾਨੀ ਦੇ ਨਾਲ ਸਟੱਡੀ ਕੀਤੀਆਂ ਜਾ ਸਕਣ। ਲੇਕਿਨ ਪ੍ਰੋਬਲਮ ਇਹ ਹੋਈ ਆ ਵੀ ਇਹੋ ਜਿਹੇ ਵੀ ਬਹੁਤ ਸਾਰੇ ਤੱਤ ਜਾਂ ਐਲੀਮੈਂਟਸ ਹੁੰਦੇ ਨੇ ਜਿਨ੍ਹਾਂ ਦੇ ਕੋਲ ਮੈਟਲ ਤੇ ਨੋਨ ਮੈਟਲ ਦੋਵਾਂ ਦੀਆਂ ਪ੍ਰੋਪਰਟੀਜ਼ ਹੁੰਦੀਆਂ। ਸੋ ਉਹ ਐਲੀਮੈਂਟਸ ਜਿਹੜੇ ਨੇ ਉਹ ਵਰਗੀਕਰਨ ਨਹੀਂ ਕੀਤੇ ਜਾ ਸਕੇ। ਸੋ ਦੇਖੋ, ਜਦੋਂ ਕੋਈ ਚੀਜ਼ ਨਵੀਂ ਸ਼ੁਰੂ ਹੁੰਦੀ ਆ, ਪਰਫੈਕਸ਼ਨ ਤਾਂ ਫਿਰ ਇੱਕਦਮ ਬਣਦੀ ਨਹੀਂ, ਹੈ ਨਾ, ਕੋਈ ਨਾ ਕੋਈ ਫਿਰ ਕਮੀਆਂ ਰਹਿ ਹੀ ਜਾਂਦੀਆਂ। ਸੋ ਇਹ ਪਹਿਲਾ ਉਪਰਾਲਾ ਸੀਗਾ ਜਿਹਨੇ ਨੀਂਹ ਰੱਖੀ ਆ ਵੀ ਹਾਂ ਤੱਤਾਂ ਦਾ ਵਰਗੀਕਰਨ ਹੋਣਾ ਚਾਹੀਦਾ। ਬੇਸ਼ੱਕ ਇਹ ਪਰਫੈਕਟ ਉਪਰਾਲਾ ਨਹੀਂ ਰਿਹਾ, ਲੇਕਿਨ ਅੱਗੋਂ ਫਿਰ ਹੋਰ ਜਿਹੜੇ ਸਾਇੰਟਿਸਟ ਆਏ ਨੇ ਉਹਨਾਂ ਨੇ ਇਸੇ ਕਨਸੈਪਟ ਨੂੰ ਅੱਗੇ ਲੈ ਕੇ ਤੇ ਆਪਣੀ ਕੋਸ਼ਿਸ਼ ਜਿਹੜੀ ਆ ਉਹ ਕੀਤੀ ਹੈ, ਤੇ ਜਿਹੜੇ ਤੱਤ ਨੇ ਉਹਨਾਂ ਦਾ ਵਰਗੀਕਰਨ ਕੀਤਾ, ਯਾਨੀ ਕਿ ਕਲਾਸੀਫਿਕੇਸ਼ਨ ਆਫ ਐਲੀਮੈਂਟਸ 'ਚ ਕੰਟਰੀਬਿਊਟ ਕੀਤਾ। ਉਹਦੇ 'ਚ ਅਗਲਾ ਨਾਂ ਅਸੀਂ ਲਵਾਂਗੇ ਜੋਹਨ ਵੋਲਫਗੈਂਗ ਡੌਬਰਨੀਅਰ ਦਾ, ਜਿਹੜਾ ਕਿ ਜਰਮਨੀ ਦਾ ਰਹਿਣ ਵਾਲਾ ਇੱਕ ਸਾਇੰਟਿਸਟ ਸੀਗਾ, ਫਾਰਮਾਸਿਸਟ ਸੀਗਾ।
ਇਹ ਯੂਨੀਵਰਸਿਟੀ ਆਫ ਜੀਨਾ ਦੇ ਵਿੱਚ ਪ੍ਰੋਫੈਸਰ ਆਫ ਕੈਮਿਸਟਰੀ ਐਂਡ ਫਾਰਮੇਸੀ ਵਜੋਂ ਕੰਮ ਕਰਦਾ ਰਿਹਾ। ਇਹਦੀ ਜਿਹੜੀ ਬੇਸਿਕ ਆਬਜ਼ਰਵੇਸ਼ਨਸ ਸੀਗੀਆਂ ਜਾਂ ਸਟੱਡੀ ਸੀਗੀ ਉਹ ਸੀਗੀ ਰੋਲ ਆਫ ਪਲੈਟੀਨਮ ਐਜ਼ ਏ ਕੈਟਾਲਿਸਟ, ਯਾਨੀ ਕਿ ਕਿਸੇ ਵੀ ਰਿਐਕਸ਼ਨ ਦੇ ਵਿੱਚ ਜਿਹੜੀ ਰੇਟ ਆਫ ਰਿਐਕਸ਼ਨ ਵਧਾਉਣ ਦਾ ਕੰਮ ਹੁੰਦਾ, ਕੈਟਾਲਿਸਟ ਦਾ ਕੰਮ ਹੁੰਦਾ, ਉਹਦੇ ਵਿੱਚ ਪਲੈਟੀਨਮ ਕਿੱਦਾਂ ਕੰਟਰੀਬਿਊਟ ਕਰਦਾ। ਇਸੇ ਸਟੱਡੀ ਦੇ ਦੌਰਾਨ ਡੋਬਰਨੀਅਰ ਨੇ ਇਹ ਓਬਜ਼ਰਵ ਕੀਤਾ ਵੀ ਕੁਝ ਐਲੀਮੈਂਟਸ ਹੁੰਦੇ ਨੇ ਜਿਹੜੇ ਕਿ ਤਿੱਕੜੀਆਂ ਜਾਂ ਟਰਾਇਡਸ ਦੀ ਫਾਰਮ ਦੇ ਵਿੱਚ ਮਿਲਦੇ ਨੇ ਔਰ ਇਹਨਾਂ ਤਿੱਕੜੀਆਂ ਦੇ ਵਿੱਚ ਸਿਮਿਲਰ ਪ੍ਰੋਪਰਟੀਜ਼ ਹੁੰਦੀਆਂ। ਸੋ ਇੱਥੋਂ ਇਹਨੇ ਇੱਕ ਪੀਰੀਓਡਿਕ ਟੇਬਲ ਆਫ ਐਲੀਮੈਂਟਸ ਬਣਾਇਆ ਜਿਹਦੇ ਵਿੱਚ ਕਿ ਸਿਮਿਲਰ ਤਿੱਕੜੀਆਂ ਜਾਂ ਸਿਮਿਲਰ ਟਰਾਇਡਸ ਆਫ ਐਲੀਮੈਂਟਸ ਦਾ ਵਰਗੀਕਰਨ ਕੀਤਾ ਗਿਆ। ਸੋ ਡੋਬਰਨੀਅਰਸ ਟਰਾਇਡਸ ਜਾਂ ਡੋਬਰਨੀਅਰ ਦੀਆਂ ਤਿੱਕੜੀਆਂ ਇਹ ਕਦੋਂ ਆਬਜ਼ਰਵ ਕੀਤੀਆਂ ਗਈਆਂ? 1829 ਚ ਕੀਤੀਆਂ ਗਈਆਂ। ਸੋ ਇਹਦੇ ਚ ਕੀ ਕੀਤਾ ਗਿਆ ਵੀ ਤਿੰਨ ਸਿਮਿਲਰ ਐਲੀਮੈਂਟਸ ਯਾਨੀ ਕਿ ਇੱਕੋ ਤਰ੍ਹਾਂ ਦੀਆਂ ਪ੍ਰੋਪਰਟੀਜ਼ ਵਾਲੇ ਐਲੀਮੈਂਟਸ ਜਿਹੜੇ ਨੇ ਉਹਨਾਂ ਦੇ ਟਰਾਇਡਸ ਜਾਂ ਤਿੱਕੜੀਆਂ ਬਣਾ ਦਿੱਤੀਆਂ ਗਈਆਂ। ਇਹ ਜਿਹੜੇ ਐਲੀਮੈਂਟਸ ਨੇ ਟਰਾਇਡ ਦੇ, ਇਹਨਾਂ ਨੂੰ ਇਨਕਰੀਜ਼ਿੰਗ ਆਰਡਰ ਆਫ ਐਟੋਮਿਕ ਮਾਸ ਦੇ ਵਿੱਚ ਰੱਖਿਆ ਗਿਆ, ਯਾਨੀ ਕਿ ਜਿਹੜਾ ਪਰਮਾਣੂ ਪੁੰਜ ਹੁੰਦਾ ਉਹ ਜਿੱਦਾਂ ਜਿੱਦਾਂ ਵੱਧਦਾ ਉੱਦਾਂ ਰੱਖਿਆ ਗਿਆ। ਠੀਕ ਹੈ, ਜਿੱਦਾਂ ਕਿ ਆਹ ਦੇਖੋ, ਆਹ ਡੋਬਰਨੀਅਰਸ ਦੇ ਟਰਾਇਡਸ ਦਿੱਤੇ ਹੋਏ ਨੇ। ਹੁਣ ਇਹਦੇ ਵਿੱਚ ਆਹ ਇੱਕ ਤਿੱਕੜੀ ਆ ਜਿਹਦੇ ਵਿੱਚ 3 ਐਲੀਮੈਂਟਸ ਆ ਰਹੇ ਨੇ, ਲਿਥੀਅਮ, ਸੋਡੀਅਮ ਤੇ ਪੋਟਾਸ਼ੀਅਮ। ਇਸੇ ਤਰ੍ਹਾਂ ਅਗਲੀ ਤਿੱਕੜੀ ਆ, ਇਹਦੇ ਵਿੱਚ ਕੀ ਆ? ਕੈਲਸ਼ੀਅਮ, ਸਟ੍ਰੋਂਸ਼ੀਅਮ ਤੇ ਬੇਰੀਅਮ। ਤੀਜੀ ਤਿੱਕੜੀ ਕਿਹੜੀ ਆ? ਕਲੋਰੀਨ, ਬ੍ਰੋਮੀਨ ਤੇ ਆਇਓਡੀਨ। ਲਿਥੀਅਮ ਤੋਂ ਸੋਡੀਅਮ ਦਾ ਐਟੋਮਿਕ ਮਾਸ ਜ਼ਿਆਦਾ ਵਾ ਤੇ ਸੋਡੀਅਮ ਤੋਂ ਪੋਟਾਸ਼ੀਅਮ ਦਾ ਐਟੋਮਿਕ ਮਾਸ ਜ਼ਿਆਦਾ ਵਾ, ਯਾਨੀ ਕਿ ਇਹ ਤਿੱਕੜੀ ਦੇ ਵਿੱਚ ਪਰਮਾਣੂ ਪੁੰਜ ਇਨਕਰੀਜ਼ ਕਰਨ ਦੇ ਆਰਡਰ ਦੇ ਵਿੱਚ ਇਹਨਾਂ ਐਲੀਮੈਂਟਸ ਨੂੰ ਪਲੇਸ ਕੀਤਾ ਗਿਆ। ਸੋ ਜਿੱਦਾਂ ਲਿਥੀਅਮ, ਸੋਡੀਅਮ, ਪੋਟਾਸ਼ੀਅਮ, ਠੀਕ ਹੈ ਨਾ। ਸੋ ਇਹਨਾਂ ਤਿੱਕੜੀਆਂ ਦੇ ਵਿੱਚ ਨਾ ਜਿਹੜੇ ਉੱਪਰ ਵਾਲੇ ਤੇ ਥੱਲੇ ਵਾਲੇ ਐਲੀਮੈਂਟਸ ਸੀਗੇ, ਇਹਨਾਂ ਦਾ ਜਿਹੜਾ ਪਰਮਾਣੂ ਪੁੰਜ ਹੈ ਜਾਂ ਜਿਹੜਾ ਐਟੋਮਿਕ ਮਾਸ ਹੈ, ਜੇ ਇਹਨੂੰ ਆਪਾਂ ਜੋੜ ਕੇ ਤੇ ਇਹਦੀ ਐਵਰੇਜ ਕੱਢੀਏ ਤੇ ਜਿਹੜਾ ਮਿਡਲ ਐਲੀਮੈਂਟ ਹੁੰਦਾ ਆਲਮੋਸਟ ਉਹਦਾ ਐਟੋਮਿਕ ਮਾਸ ਜਿਹੜਾ ਜਾਂ ਉਹਦਾ ਪਰਮਾਣੂ ਪੁੰਜ ਦੇ ਬਰਾਬਰ ਹੁੰਦਾ। ਸੋ ਇਸ ਹਿਸਾਬ ਨਾਲ ਤਿੱਕੜੀਆਂ ਬਣਾਈਆਂ ਗਈਆਂ। ਆਪਾਂ ਐਗਜ਼ਾਮਪਲ ਲੈ ਲੈਂਦੇ ਹਾਂ, ਜਿੱਦਾਂ ਆ ਲਿਥੀਅਮ ਆ, ਇਹਦਾ ਐਟੋਮਿਕ ਮਾਸ ਹੁੰਦਾ 6.9 ਤੇ ਜਿਹੜਾ ਪੋਟਾਸ਼ੀਅਮ ਹੈ ਇਹਦਾ ਐਟੋਮਿਕ ਮਾਸ ਹੁੰਦਾ 39। ਠੀਕ ਹੈ ਨਾ। ਇਹ ਤਿੱਕੜੀ ਦੇ ਵਿੱਚ ਇਹ ਲਿਥੀਅਮ ਉੱਪਰ ਵਾਲੀ ਜਗ੍ਹਾ ਤੇ ਆ, ਪੋਟਾਸ਼ੀਅਮ ਥੱਲੇ ਵਾਲੀ ਜਗ੍ਹਾ ਤੇ। ਹੁਣ ਆਪਾਂ ਕੀ ਕਰਨਾ? ਲਿਥੀਅਮ ਤੇ ਪੋਟਾਸ਼ੀਅਮ ਇਹਦਾ ਐਟੋਮਿਕ ਮਾਸ ਜੋੜ ਕੇ ਤੇ ਐਵਰੇਜ ਕੱਢਣੀ ਆ। ਹੁਣ ਆਪਾਂ ਕੀ ਕਰਦੇ ਆ ਕਿ ਲਿਥੀਅਮ ਦਾ ਐਟੋਮਿਕ ਮਾਸ ਲੈਣੇ 6.9 ਆ, ਆਪਾਂ ਇਹਨੂੰ 7 ਲੈ ਲੈਂਦੇ ਆ। 7 ਜਮਾ ਪੋਟਾਸ਼ੀਅਮ ਦਾ ਐਟੋਮਿਕ ਮਾਸ ਹੈਗਾ 39, ਇਹਨਾਂ ਨੂੰ ਐਡ ਕਰਕੇ ਤੇ 2 ਨਾਲ ਡਿਵਾਈਡ ਕਰੋ। ਇਹ ਆਲਮੋਸਟ ਜਿਹੜਾ ਹੈਗਾ ਨਾ 23 ਦੇ ਲਗਭਗ ਆ ਜਾਊਗਾ। ਤੇ ਜਿਹੜਾ ਹੁੰਦਾ ਸੋਡੀਅਮ, ਉਹਦਾ ਐਟੋਮਿਕ ਮਾਸ ਕਿੰਨਾ ਹੁੰਦਾ? ਉਹ 23 ਹੁੰਦਾ। ਇਟ ਮੀਨਸ ਕਿ ਲਿਥੀਅਮ ਤੇ ਪੋਟਾਸ਼ੀਅਮ ਦੇ ਐਟੋਮਿਕ ਮਾਸ ਦੀ ਐਵਰੇਜ ਮਿਡਲ ਐਲੀਮੈਂਟ ਯਾਨੀ ਕਿ ਸੋਡੀਅਮ ਦੇ ਐਟੋਮਿਕ ਮਾਸ ਦੇ ਆਲਮੋਸਟ ਬਰਾਬਰ ਆਉਂਦੀ ਆ। ਇੱਕ ਹੋਰ ਐਗਜ਼ਾਮਪਲ ਲੈ ਲੈਣੇ, ਜਿੱਦਾਂ ਆਹ ਤਿੱਕੜੀ ਆ ਗਈ ਸਾਡੇ ਕੋਲ ਕੈਲਸ਼ੀਅਮ, ਸਟ੍ਰੋਂਸ਼ੀਅਮ ਤੇ ਬੇਰੀਅਮ। ਹੁਣ ਇਹਦੇ 'ਚ ਕੀ ਆ ਵੀ ਜੇ ਕੈਲਸ਼ੀਅਮ ਤੇ ਬੇਰੀਅਮ ਦੇ ਐਟੋਮਿਕ ਮਾਸ ਦੀ ਐਵਰੇਜ ਕੱਢੀ ਜਾਵੇ ਤਾਂ ਫਿਰ ਸਟ੍ਰੋਂਸ਼ੀਅਮ ਦਾ ਐਟੋਮਿਕ ਮਾਸ ਆ ਜਾਊਗਾ। ਜਿੱਦਾਂ ਕੈਲਸ਼ੀਅਮ ਦਾ ਐਟੋਮਿਕ ਮਾਸ ਹੈਗਾ 40.1, ਬੇਰੀਅਮ ਦਾ ਐਟੋਮਿਕ ਮਾਸ ਹੈਗਾ 137.3। ਜੇ ਅਸੀਂ ਕੈਲਸ਼ੀਅਮ ਦਾ ਐਟੋਮਿਕ ਮਾਸ ਚਲੋ 40 ਲੈ ਲੈਂਦੇ ਆ, ਜਮਾ 137 ਕਰਕੇ ਤੇ ਇਹਨੂੰ 2 ਨਾਲ ਡਿਵਾਈਡ ਕਰੀਏ ਤੇ ਇਹ ਆਲਮੋਸਟ 88 ਦੇ ਬਰਾਬਰ ਆ ਜਾਊਗਾ। ਠੀਕ ਹੈ। ਤੇ ਸਟ੍ਰੋਂਸ਼ੀਅਮ ਦਾ ਐਟੋਮਿਕ ਮਾਸ ਜਿਹੜਾ ਹੈਗਾ ਇਹ ਵੀ ਆਲਮੋਸਟ 88 ਦੇ ਆਸ-ਪਾਸ ਹੀ ਹੁੰਦਾ। ਸੋ ਇਦਾਂ ਇਹ ਤਿੱਕੜੀਆਂ ਬਣਾਈਆਂ ਗਈਆਂ ਜਿਹਦੇ ਵਿੱਚੋਂ ਕਿ 2 ਉੱਪਰ ਵਾਲੇ ਤੇ ਥੱਲੇ ਵਾਲੇ ਐਲੀਮੈਂਟਸ ਦੇ ਐਟੋਮਿਕ ਮਾਸ ਦੀ ਐਵਰੇਜ ਦੇ ਨਾਲ ਮਿਡਲ ਐਲੀਮੈਂਟ ਦੀ ਐਟੋਮਿਕ ਮਾਸ ਜਿਹੜੀ ਆ ਉਹ ਸਾਨੂੰ ਪਤਾ ਲੱਗਦੀ ਆ। ਤੁਹਾਨੂੰ ਇਦਾਂ ਦੀ ਐਕਟੀਵਿਟੀ ਵੀ ਜਿਹੜੀ ਹੈ ਨਾ ਉਹ ਐਗਜ਼ਾਮ ਦੇ ਵਿੱਚ ਪੁੱਛੀ ਜਾ ਸਕਦੀ ਹੈ, ਯਾਨੀ ਕਿ ਜਿੱਦਾਂ ਕਿ ਤੁਹਾਨੂੰ ਇਦਾਂ ਕੋਈ ਗਰੁੱਪ ਦੇ ਦਿੱਤੇ ਜਾਣ, ਜਿੱਦਾਂ ਆਹ ਗਰੁੱਪ A ਐਲੀਮੈਂਟ ਆ, ਇਹਦੇ ਵਿੱਚ ਆਹ 3 ਐਲੀਮੈਂਟਸ ਦੇ ਦਿੱਤੇ ਗਏ, ਇੱਕ ਤਿੱਕੜੀ ਬਣਾ ਦਿੱਤੀ ਗਈ। ਗਰੁੱਪ B ਦੇ ਵਿੱਚ ਆਹ ਤਿੱਕੜੀ ਬਣਾ ਦਿੱਤੀ ਗਈ, ਗਰੁੱਪ C 'ਚ ਆਹ ਬਣਾ ਦਿੱਤੀ ਗਈ ਤੇ ਤੁਸੀਂ ਦੱਸਣਾ ਬਈ ਕਿਹੜੀ ਤਿੱਕੜੀ ਜਿਹੜੀ ਆ ਡੋਬਰਨੀਅਰ ਟਰਾਇਡਸ ਦੀ ਕੈਟੇਗਰੀ ਆ ਉਹਦੇ ਵਿੱਚ ਆਉਂਦੀ ਆ। ਠੀਕ ਹੈ। ਸੋ ਤੁਸੀਂ ਦੇਖੋਗੇ ਵੀ ਆਹ ਜਿਹੜੀ ਪਹਿਲੀ ਵਾਲੀ ਕੈਟੇਗਰੀ ਆ ਜਿਹਦੇ ਵਿੱਚ ਜੇ ਤੁਸੀਂ ਆਹ 14 ਤੇ ਆਹ 75 ਇਹਨੂੰ ਪਲੱਸ ਕਰਕੇ 2 ਨਾਲ ਡਿਵਾਈਡ ਕਰਕੇ ਐਵਰੇਜ ਕੱਢ ਦਿਓ ਤੇ 31 ਦੇ ਬਰਾਬਰ ਨਹੀਂ ਆਉਂਦੀ, ਇਹ ਸਗੋਂ 44.5 ਦੇ ਆਸ-ਪਾਸ ਆਊਗੀ। ਠੀਕ ਹੈ ਨਾ। ਜਦੋਂ ਕਿ ਮਿਡਲ ਐਲੀਮੈਂਟ ਦਾ ਜਿਹੜਾ ਇੱਥੇ ਪਰਮਾਣੂ ਪੁੰਜ ਜਾਂ ਐਟੋਮਿਕ ਮਾਸ ਦਿੱਤਾ ਉਹ ਦਿੱਤਾ 31। ਇਹਦਾ ਮਤਲਬ ਇਹ ਹੋ ਗਿਆ ਵੀ ਇਹ ਜਿਹੜਾ ਟਰਾਇਡ ਦਿੱਤਾ ਹੈਗਾ ਇਹ ਡੋਬਰਨੀਅਰ ਦੇ ਪ੍ਰਿੰਸੀਪਲ ਦੇ ਅਕੋਰਡਿੰਗਲੀ ਨਹੀਂ ਹੈਗਾ। ਜਦੋਂ ਕਿ ਆਹ ਜਿਹੜਾ ਹੈਗਾ ਗਰੁੱਪ B ਕੈਲਸ਼ੀਅਮ, ਸਟ੍ਰੋਂਸ਼ੀਅਮ, ਬੇਰੀਅਮ, ਇਹਨੂੰ ਤੁਸੀਂ ਚੈੱਕ ਕਰਕੇ ਦੇਖ ਲਓ, ਇਹ ਵੀ ਡੋਬਰਨੀਅਰ ਪ੍ਰਿੰਸੀਪਲ ਦੇ ਅਕੋਰਡਿੰਗਲੀ ਟਰਾਇਡ ਬਣਿਆ ਤੇ ਕਲੋਰੀਨ, ਬ੍ਰੋਮੀਨ ਦਾ ਵੀ ਡੋਬਰਨੀਅਰ ਪ੍ਰਿੰਸੀਪਲ ਦੇ ਅਕੋਰਡਿੰਗਲੀ ਟਰਾਇਡ ਬਣਿਆ। ਸੋ ਇਦਾਂ ਦੇ ਕੁਐਸਚਨਸ ਵੀ ਐਗਜ਼ਾਮਸ 'ਚ ਪੁੱਛੇ ਜਾ ਸਕਦੇ ਨੇ, ਸਪੈਸ਼ਲੀ ਕੋਈ MCQs ਆ ਸਕਦੇ ਆ।
ਸੋ ਤੁਸੀਂ ਉਹਦੇ ਵਿੱਚ ਫਿਰ ਐਟੋਮਿਕ ਮਾਸ ਦੀ ਐਵਰੇਜ ਕੱਢ ਕੇ ਤੇ ਚੈੱਕ ਕਰ ਲੈਣਾ ਵੀ ਮਿਡਲ ਐਲੀਮੈਂਟ ਦਾ ਐਟੋਮਿਕ ਮਾਸ ਆਉਂਦਾ ਕਿ ਨਹੀਂ ਆਉਂਦਾ। ਲੇਕਿਨ ਜਿਹੜਾ ਇਹ ਡੋਬਰਨੀਅਰ ਦਾ ਟਰਾਇਡ ਹੈ ਇਹ ਬਹੁਤਾ ਸਕਸੈਸਫੁਲ ਨਹੀਂ ਹੋ ਪਾਇਆ। ਕਿਉਂ ਨਹੀਂ ਹੋ ਪਾਇਆ? ਕਿਉਂਕਿ ਇਹਨੇ ਸਿਰਫ 3 ਹੀ ਟਰਾਇਡਸ ਬਣਾਏ, ਲਿਥੀਅਮ, ਸੋਡੀਅਮ, ਪੋਟਾਸ਼ੀਅਮ, ਕੈਲਸ਼ੀਅਮ, ਸਟ੍ਰੋਨਸ਼ੀਅਮ, ਬੇਰੀਅਮ, ਕਲੋਰੀਨ, ਬ੍ਰੋਮੀਨ ਤੇ ਆਇਓਡੀਨ। ਹੋਰ ਟਰਾਇਡਸ ਜਿਹੜੇ ਨੇ ਉਹ ਤਾਂ ਬਣ ਹੀ ਨਹੀਂ ਸਕੇ, ਸੋ ਕੰਮ ਕੰਪਲੀਟ ਨਹੀਂ ਹੋਇਆ। ਸੋ ਇਸ ਤੋਂ ਬਾਅਦ ਫਿਰ ਹੋਰ ਜਿਹੜੇ ਸਾਇੰਟਿਸਟ ਨੇ ਉਹਨਾਂ ਨੇ ਉਪਰਾਲਾ ਕੀਤਾ ਤੇ ਜਿਹੜਾ ਪੀਰੀਓਡਿਕ ਕਲਾਸੀਫਿਕੇਸ਼ਨ ਆਫ ਐਲੀਮੈਂਟਸ ਦਾ ਕੰਮ ਹੈ ਇਹਨੂੰ ਅੱਗੇ ਵਧਾਇਆ। ਜਿੱਦਾਂ ਕਿ ਨਿਊਲੈਂਡ ਲਾਅ ਆਫ ਆਕਟੇਵਸ ਬਾਅਦ ਚ ਹੋਂਦ ਚ ਆਇਆ। ਜੌਨ ਨਿਊਲੈਂਡਸ ਇੱਕ ਸਾਇੰਟਿਸਟ ਰਿਹਾ ਵਾ ਜਿਹਨੇ 1866 ਦੇ ਵਿੱਚ ਐਲੀਮੈਂਟਸ ਨੂੰ ਉਹਨਾਂ ਦੇ ਇਨਕਰੀਜ਼ਿੰਗ ਐਟੋਮਿਕ ਮਾਸ ਦੇ ਅਕੋਰਡਿੰਗਲੀ ਅਰੇਂਜ ਕੀਤਾ। ਉਹਨੇ ਸਭ ਤੋਂ ਪਹਿਲਾਂ ਜਿਹੜਾ ਐਲੀਮੈਂਟ ਆ ਜਿਹਦਾ ਸਭ ਤੋਂ ਘੱਟ ਐਟੋਮਿਕ ਮਾਸ ਹੁੰਦਾ, ਯਾਨੀ ਕਿ ਸਭ ਤੋਂ ਘੱਟ ਪਰਮਾਣੂ ਪੁੰਜ ਹੁੰਦਾ, ਜਿਹਨੂੰ ਅਸੀਂ ਹਾਈਡਰੋਜਨ ਕਹਿੰਦੇ ਆ, ਉਹਦੇ ਨਾਲ ਇਹਨੇ ਸ਼ੁਰੂਆਤ ਕੀਤੀ। ਤੇ ਇਦਾਂ ਹੀ ਉਹਨਾਂ ਦਾ ਐਟੋਮਿਕ ਮਾਸ ਜਿੱਦਾਂ ਜਿੱਦਾਂ ਵੱਧਦਾ ਗਿਆ ਐਲੀਮੈਂਟਸ ਦਾ, ਉੱਦਾਂ ਉੱਦਾਂ ਥੋਰੀਅਮ ਤੱਕ, ਯਾਨੀ ਕਿ 56 ਐਲੀਮੈਂਟਸ ਜਿਹੜੇ ਕਿ ਉਦੋਂ ਤੱਕ ਨੋਨ ਸੀਗੇ, ਉਹਨਾਂ ਨੂੰ ਉਹਨੇ ਇਨਕਰੀਜ਼ਿੰਗ ਆਰਡਰ ਆਫ ਐਟੋਮਿਕ ਮਾਸ ਦੇ ਵਿੱਚ ਅਰੇਂਜ ਕੀਤਾ। ਦੇਖੋ ਇਹ ਜਿਹੜੇ ਐਲੀਮੈਂਟਸ ਨੇ ਇਹ ਸਮੇਂ-ਸਮੇਂ ਤੇ ਡਿਸਕਵਰ ਹੁੰਦੇ ਰਹੇ ਨੇ। 1866 ਦੀ ਗੱਲ ਕਰੀਏ ਤਾਂ ਉਹਨਾਂ ਸਮਿਆਂ ਤੱਕ ਸਿਰਫ 56 ਐਲੀਮੈਂਟਸ ਜਿਹੜੇ ਸੀਗੇ ਉਹ ਨੋਨ ਸੀਗੇ ਤੇ ਨਿਊਲੈਂਡ ਨੇ ਉਹ ਸਾਰੇ ਦੇ ਸਾਰੇ ਐਲੀਮੈਂਟਸ ਜਿਹੜੇ ਨੇ ਉਹਨਾਂ ਨੂੰ ਉਹਨਾਂ ਦੇ ਪਰਮਾਣੂ ਪੁੰਜ ਦੇ ਇਨਕਰੀਜ਼ਿੰਗ ਆਰਡਰ ਦੇ ਵਿੱਚ ਅਰੇਂਜ ਕੀਤਾ। ਤੇ ਫਿਰ ਉਹਨੇ ਇਹ ਦੇਖਿਆ ਵੀ ਹਰ 8ਵਾਂ ਐਲੀਮੈਂਟ ਜਿਹੜਾ ਹੁੰਦਾ ਨਾ ਉਹਦੀਆਂ ਪ੍ਰੋਪਰਟੀਜ਼ ਪਹਿਲੇ ਦੇ ਨਾਲ ਮਿਲਦੀਆਂ ਜੁਲਦੀਆਂ ਹੁੰਦੀਆਂ। ਇਹ ਜਿਹੜਾ ਸੀਗਾ ਨਾ 8ਵਾਂ ਐਲੀਮੈਂਟ ਮਿਲਣਾ, ਇਹਨੂੰ ਉਹਨੇ ਜਿਹੜਾ ਮਿਊਜ਼ਿਕ ਦੇ ਵਿੱਚ ਆਪਾਂ ਸਰਗਮ ਨਹੀਂ ਕਹਿੰਦੇ ਉਹਦੇ ਨਾਲ ਕੰਪੇਅਰ ਕੀਤਾ, ਕਿਉਂਕਿ ਉਹਦੇ 'ਚ ਵੀ 8 ਸੁਰ ਹੁੰਦੇ ਨੇ। ਇਹਨੂੰ ਉਹਨੇ ਲਾਅ ਆਫ ਆਕਟੇਵਸ ਦਾ ਨਾਮ ਦਿੱਤਾ। ਤੇ ਇਸ ਲਾਅ ਆਫ ਆਕਟੇਵ ਦੇ ਅਕੋਰਡਿੰਗਲੀ ਜਿੱਦਾਂ ਲਿਥੀਅਮ ਸੀਗਾ ਪਹਿਲਾਂ ਜੇ ਐਲੀਮੈਂਟ, ਤਾਂ ਉਹ ਤੋਂ 8ਵਾਂ ਐਲੀਮੈਂਟ ਸੋਡੀਅਮ ਜਿਹੜਾ ਸੀਗਾ ਨਾ ਇਹਦੀਆਂ ਪ੍ਰੋਪਰਟੀਜ਼ ਆਪਸ 'ਚ ਮਿਲਦੀਆਂ ਸੀ। ਇਸੇ ਤਰ੍ਹਾਂ ਬਰੀਲੀਅਮ ਤੋਂ 8ਵਾਂ ਐਲੀਮੈਂਟ ਆਇਆ ਮੈਗਨੀਸ਼ੀਅਮ, ਇਹ ਵੀ ਇਹਦੇ ਨਾਲ ਮਿਲਦਾ ਜੁਲਦਾ ਸੀਗਾ। ਸੋ ਜਿੱਦਾਂ ਕਿ ਸੁਰ ਜਿਹੜੇ ਨੇ ਹਰ 8ਵੇਂ ਸੁਰ ਦੇ ਉੱਤੇ ਸੁਰ ਮਿਲ ਜਾਂਦੇ ਨੇ ਸਰਗਮ ਦੇ ਵਿੱਚ, ਇਸੇ ਤਰ੍ਹਾਂ ਇਹ ਲਾਅ ਆਫ ਆਕਟੇਵਸ ਦੀ ਉਹਨੇ ਐਕਸਪਲੇਨੇਸ਼ਨ ਦਿੱਤੀ। ਠੀਕ ਹੈ, ਇਹ ਜਿਹੜਾ ਨਿਊਲੈਂਡਸ ਲਾਅ ਆਫ ਆਕਟੇਵਸ ਆ ਇਹਨੂੰ ਅਸੀਂ ਪੰਜਾਬੀ 'ਚ ਨਿਊਲੈਂਡ ਦਾ ਅਸ਼ਟਕ ਸਿਧਾਂਤ ਵੀ ਕਹਿੰਦੇ ਆ। ਅਸ਼ਟ ਦਾ ਮਤਲਬ ਹੁੰਦਾ 8, ਠੀਕ ਹੈ ਨਾ। ਸੋ ਨਿਊਲੈਂਡ ਦਾ ਅਸ਼ਟਕ ਸਿਧਾਂਤ ਵੀ ਇਹਨੂੰ ਕਿਹਾ ਜਾਂਦਾ। ਹੁਣ ਦੇਖੋ ਆਪਣੇ ਹਿੰਦੀ ਦੇ ਵਿੱਚ ਜਾਂ ਆਪਣੇ ਦੇਸ਼ ਦੇ ਵਿੱਚ ਆ ਜਿਹੜੀ ਸਰਗਮ ਹੈ ਇਹਨੂੰ ਅਸੀਂ ਸਾ ਰੇ ਗਾ ਮਾ ਪਾ ਧਾ ਨੀ ਕਹਿੰਦੇ ਆ, ਠੀਕ ਹੈ ਨਾ। ਤੇ 8ਵੇਂ ਤੇ ਫਿਰ ਸਾ ਆ ਜਾਂਦਾ, ਠੀਕ ਹੈ, ਸਾ ਰੇ ਗਾ ਮਾ ਪਾ ਧਾ ਨੀ ਸਾ। ਸੋ ਇਹ ਦੁਬਾਰਾ ਸਾ ਜਿਹੜਾ 8ਵੇਂ ਨੰਬਰ ਦੇ ਉੱਤੇ ਰਿਪੀਟ ਹੁੰਦਾ। ਬਸ ਇਸੇ ਤਰ੍ਹਾਂ ਹੀ ਇਹਨੇ ਇਹਦੀ ਕਲਪਨਾ ਕੀਤੀ ਆ ਵੀ ਜਿੱਦਾਂ ਹਾਈਡਰੋਜਨ ਇੱਕ ਐਲੀਮੈਂਟ ਆਇਆ ਹੈ ਨਾ, ਤੇ ਇਹ ਤੋਂ ਬਾਅਦ ਫਿਰ ਲਿਥੀਅਮ, ਬਰੀਲੀਅਮ, ਬੋਰੋਨ, ਕਾਰਬਨ, ਨਾਈਟ੍ਰੋਜਨ, ਆਕਸੀਜਨ ਤੇ ਫਲੋਰੀਨ, ਯਾਨੀ ਕਿ 8ਵਾਂ ਐਲੀਮੈਂਟ ਜਦੋਂ ਆਇਆ ਤੇ ਇਹਦੀਆਂ ਪ੍ਰੋਪਰਟੀਜ਼ ਹਾਈਡਰੋਜਨ ਨਾਲ ਮਿਲਦੀਆਂ ਸੀ। ਇਸੇ ਤਰ੍ਹਾਂ ਹੀ ਲਿਥੀਅਮ ਉਹਨੇ ਲੈ ਲਿਆ ਤੇ ਲਿਥੀਅਮ ਤੋਂ ਬਾਅਦ ਫਿਰ ਜਿਹੜਾ 8ਵਾਂ ਐਲੀਮੈਂਟ ਆਇਆ ਸੋਡੀਅਮ, ਇਹਦੀਆਂ ਪ੍ਰੋਪਰਟੀਜ਼ ਲਿਥੀਅਮ ਨਾਲ ਮਿਲਦੀਆਂ ਸੀਗੀਆਂ। ਜਦੋਂ ਬਰੀਲੀਅਮ ਲਿਆ ਤਾਂ ਬਰੀਲੀਅਮ ਤੋਂ ਬਾਅਦ 8ਵਾਂ ਐਲੀਮੈਂਟ ਆਇਆ ਮੈਗਨੀਸ਼ੀਅਮ, ਤੇ ਇਹਦੀਆਂ ਪ੍ਰੋਪਰਟੀਜ਼ ਜਿਹੜੀਆਂ ਨੇ ਆਪਸ 'ਚ ਮਿਲਦੀਆਂ ਸੀਗੀਆਂ। ਸੋ ਇਸੇ ਤਰ੍ਹਾਂ ਇਹਨੇ ਜਿਹੜੇ ਨੇ ਇਨਕਰੀਜ਼ਿੰਗ ਆਰਡਰ ਦੇ ਵਿੱਚ ਐਲੀਮੈਂਟਸ ਨੂੰ ਅਰੇਂਜ ਕੀਤਾ ਤੇ ਨਿਊਲੈਂਡਸ ਲਾਅ ਆਫ ਆਕਟੇਵ ਜਿਹੜਾ ਉਹ ਹੋਂਦ 'ਚ ਆ ਗਿਆ। ਸੋ ਵਧੀਆ ਉਪਰਾਲਾ ਸੀਗਾ, ਲੇਕਿਨ ਇਹ ਜਿਹੜਾ ਲਾਅ ਸੀਗਾ ਨਾ ਇਹ ਜ਼ਿਆਦਾ ਚੱਲਿਆ ਨਹੀਂ। ਇਹ ਸਿਰਫ ਜਿਹੜੇ ਐਲੀਮੈਂਟਸ ਸੀਗੇ ਛੋਟੇ ਐਟੋਮਿਕ ਮਾਸ ਵਾਲੇ, ਯਾਨੀ ਕਿ ਜਿਨ੍ਹਾਂ ਦਾ ਪਰਮਾਣੂ ਪੁੰਜ ਘੱਟ ਸੀਗਾ, ਸਿਰਫ ਉਹਨਾਂ ਲਈ ਹੀ ਇਹ ਜਿਹੜਾ ਹੈਗਾ ਲਾਅ ਇਹ ਸਹੀ ਸਾਬਤ ਹੋਇਆ। ਬਸ ਕੈਲਸ਼ੀਅਮ ਤੱਕ ਤਾਂ ਇਹ ਠੀਕ ਰਿਹਾ, ਲੇਕਿਨ ਫਿਰ ਕੈਲਸ਼ੀਅਮ ਤੋਂ ਬਾਅਦ ਇਹਦੇ ਵਿੱਚ ਪ੍ਰੋਬਲਮਸ ਆਉਣੀਆਂ ਸ਼ੁਰੂ ਹੋ ਗਈਆਂ। ਹੋਇਆ ਕਿ ਬਈ ਇਹਨਾਂ ਐਲੀਮੈਂਟਸ ਦੀਆਂ ਪ੍ਰੋਪਰਟੀਜ਼ ਨੂੰ ਜਸਟੀਫਾਈ ਕਰਨ ਦੇ ਲਈ ਉਹਨੂੰ ਕਈ ਜਗ੍ਹਾ ਦੇ ਉੱਤੇ ਇੱਕ ਹੀ ਸਲੋਟ ਦੇ ਵਿੱਚ ਦੋ ਐਲੀਮੈਂਟਸ ਵੀ ਰੱਖਣੇ ਪਏ, ਸੋ ਦੈਟ ਵੀ ਇਹਨਾਂ ਐਲੀਮੈਂਟਸ ਤੋਂ ਅਗਲੇ ਜਿਹੜੇ ਐਲੀਮੈਂਟਸ ਆ ਰਹੇ ਨੇ ਘੱਟੋ ਘੱਟ ਉਹ ਜਿਹੜੇ ਨੇ ਉਸ ਗਰੁੱਪ ਦੇ ਨਾਲ ਰਲਦੇ ਮਿਲਦੇ ਆ ਜਾਣ। ਜਿੱਦਾਂ ਕਿ ਆਹ ਦੇਖੋ ਆ ਇੱਕ ਹੀ ਸਲੋਟ 'ਚ ਕੋਬਾਲਟ ਤੇ ਨਿਕਲ ਰੱਖੇ ਗਏ। ਇਸੇ ਤਰ੍ਹਾਂ ਹੀ ਆ ਸੀਰੀਅਮ ਤੇ ਲੈਂਥੀਨਮ ਇਹ ਵੀ ਇੱਕ ਹੀ ਸਲੋਟ 'ਚ ਰੱਖ ਦਿੱਤੇ ਗਏ, ਯਾਨੀ ਕਿ ਦੋ ਇਕੱਠੇ ਕਰਤੇ ਹੈ ਨਾ, ਸੋ ਦੈਟ ਵੀ ਜਿੱਦਾਂ ਕੋਬਾਲਟ ਐਂਡ ਨਿਕਲ ਤੋਂ ਬਾਅਦ ਜੇ ਕਾਪਰ ਆ ਰਿਹਾ ਤੇ ਕਾਪਰ ਜਿਹੜਾ ਹੈਗਾ ਸੋਡੀਅਮ ਪੋਟਾਸ਼ੀਅਮ ਦੇ ਥੱਲੇ ਆ ਸਕੇ, ਇੱਕ ਗਰੁੱਪ ਦੇ ਵਿੱਚ ਆ ਸਕੇ। ਸੋ ਆਪਣੇ ਵੱਲੋਂ ਉਹਨੇ ਜਸਟੀਫਾਈ ਕਰਨ ਦੀ ਕੋਸ਼ਿਸ਼ ਕੀਤੀ, ਪਰ ਫਿਰ ਪ੍ਰੋਬਲਮਸ ਹੋਰ ਵੀ ਆ ਗਈਆਂ। ਜਿੱਦਾਂ ਹੁਣ ਆਹ ਦੇਖੋ ਵੀ ਆਪਾਂ ਕੋਬਾਲਟ ਤੇ ਨਿਕਲ ਦੀ ਗੱਲ ਕਰਦੇ ਹਾਂ ਹੈ ਨਾ, ਇਹਨੂੰ ਅਸੀਂ ਆ ਫਲੋਰੀਨ, ਕਲੋਰੀਨ, ਬ੍ਰੋਮੀਨ ਇਹ ਹੈਲੋਜਨਸ ਆ ਇਹਨਾਂ ਦੇ ਨਾਲ ਰੱਖ ਦਿੱਤਾ, ਜਦੋਂ ਕਿ ਇਹਨਾਂ ਦੀਆਂ ਤਾਂ ਪ੍ਰੋਪਰਟੀਜ਼ ਹੈਲੋਜਨਸ ਤੋਂ ਅਲੱਗ ਹੁੰਦੀਆਂ ਕਿ ਨਹੀਂ। ਹੁਣ ਕੋਬਾਲਟ ਤੇ ਨਿਕਲ ਆ, ਇਹਦੀਆਂ ਪ੍ਰੋਪਰਟੀਜ਼ ਕਿਹਦੇ ਨਾਲ ਜ਼ਿਆਦਾ ਮਿਲਦੀਆਂ, ਇਹਨਾਂ ਦੀਆਂ ਪ੍ਰੋਪਰਟੀਜ਼ ਆਇਰਨ ਦੇ ਨਾਲ ਜ਼ਿਆਦਾ ਮਿਲਣਗੀਆਂ, ਤੇ ਆਇਰਨ ਦੇਖੋ ਇਹਨਾਂ ਤੋਂ ਕਿੰਨੀ ਦੂਰ ਰੱਖ ਦਿੱਤਾ। ਸੋ ਇਦਾਂ ਹੋਇਆ ਕਿ ਵੀ ਕਈ ਵਾਰੀ ਜਿਹੜੇ ਡਿਸਸਿਮਿਲਰ ਐਲੀਮੈਂਟਸ ਸੀਗੇ ਨਾ
ਉਹ ਕਿਸੇ ਇਹੋ ਜਿਹੇ ਗਰੁੱਪ 'ਚ ਰੱਖੇ ਗਏ ਜਿਨ੍ਹਾਂ ਦੇ ਨਾਲ ਉਹਨਾਂ ਦੀਆਂ ਪ੍ਰੋਪਰਟੀਜ਼ ਮਿਲਦੀਆਂ ਹੀ ਨਹੀਂ ਸੀਗੀਆਂ। ਤੇ ਦੂਜਾ ਕੀ ਹੋ ਗਿਆ ਵੀ ਜਿੱਦਾਂ ਕਈਆਂ ਦੀਆਂ ਪ੍ਰੋਪਰਟੀਜ਼ ਮਿਲਦੀਆਂ ਸੀਗੀਆਂ, ਜਿੱਦਾਂ ਆਇਰਨ ਦੀਆਂ ਪ੍ਰੋਪਰਟੀਜ਼ ਕੋਬਾਲਟ ਤੇ ਨਿਕਲ ਨਾਲ ਮਿਲਦੀਆਂ ਸੀ, ਤੇ ਉਹ ਅਲੱਗ-ਅਲੱਗ ਗਰੁੱਪਸ ਵਿੱਚ ਰੱਖੇ ਗਏ। ਸੋ ਇਦਾਂ ਇਹ ਜਿਹੜਾ ਨਿਊਲੈਂਡ ਦਾ ਜਿਹੜਾ ਲਾਅ ਆਫ ਆਕਟੇਵ ਸੀਗਾ ਉਹ ਇੰਨਾ ਕਾਮਯਾਬ ਨਹੀਂ ਹੋ ਸਕਿਆ। ਆਪਾਂ ਨਿਊਲੈਂਡਸ ਲਾਅ ਆਫ ਆਕਟੇਵਸ ਦੀਆਂ ਲਿਮਿਟੇਸ਼ਨਸ ਯਾਨੀ ਕਿ ਕਮੀਆਂ ਜਿਹੜੀਆਂ ਨੇ ਹੁਣ ਉਹ ਵੀ ਸਮ ਅਪ ਕਰਦੇ ਹਾਂ, ਜਿੱਦਾਂ ਕਿ ਇਹ ਸਿਰਫ ਕੈਲਸ਼ੀਅਮ ਤੱਕ ਹੀ ਐਪਲੀਕੇਬਲ ਰਿਹਾ, ਉਸ ਤੋਂ ਉੱਪਰ ਇਹ ਕੋਈ ਇੰਨਾ ਕਾਮਯਾਬ ਨਹੀਂ ਰਿਹਾ। ਫਿਰ ਇਹਨੇ ਸਿਰਫ ਉਦੋਂ ਤੱਕ ਜਿਹੜੇ 56 ਐਲੀਮੈਂਟਸ ਨੋਨ ਸੀਗੇ ਸਿਰਫ ਉਹਨਾਂ ਦੇ ਬਾਰੇ ਗੱਲ ਕੀਤੀ ਆ। ਕਿਸੇ ਤਰ੍ਹਾਂ ਦੇ ਵੀ ਐਲੀਮੈਂਟਸ ਜਿਹੜੇ ਨੇ ਹਾਲੇ ਡਿਸਕਵਰ ਹੋਣ ਵਾਲੇ ਨੇ ਇਹਦੇ ਬਾਰੇ ਇਹਨੇ ਕੋਈ ਜ਼ਿਕਰ ਨਹੀਂ ਕੀਤਾ। ਕਿਉਂਕਿ ਇਹਦੇ 'ਚ ਕੋਈ ਇਹਨੇ ਗੈਪ ਹੀ ਨਹੀਂ ਛੱਡੇ ਵੀ ਜਿਹਦੇ ਨਾਲ ਜੇ ਕੋਈ ਬਾਅਦ ਚੋਂ ਐਲੀਮੈਂਟ ਹੋਰ ਕੋਈ ਡਿਸਕਵਰ ਹੁੰਦਾ ਤੇ ਉਹਨੂੰ ਰੱਖਿਆ ਜਾ ਸਕੇ। ਸੋ ਇਹ ਜਿਹੜੀ ਸਟੱਡੀ ਸੀਗੀ ਇਹ ਸਿਰਫ 56 ਐਲੀਮੈਂਟਸ ਨੂੰ ਅਰੇਂਜ ਕਰਨ ਤੱਕ ਹੀ ਸੀਮਿਤ ਰਹਿ ਗਈ। ਇਹਦੇ ਵਿੱਚ ਗਾਂਹ ਸਮੇਂ-ਸਮੇਂ 'ਤੇ ਡਿਸਕਵਰ ਹੋਣ ਵਾਲੇ ਐਲੀਮੈਂਟਸ ਦੇ ਲਈ ਕੋਈ ਸਕੋਪ ਨਹੀਂ ਰੱਖਿਆ ਗਿਆ। ਕਿਸੇ ਤਰ੍ਹਾਂ ਦੀ ਕੋਈ ਪ੍ਰੈਡਿਕਸ਼ਨ ਹੀ ਨਹੀਂ ਕੀਤੀ ਗਈ ਵੀ ਇੱਦਾਂ ਦੇ ਕੋਈ ਹੋਰ ਵੀ ਐਲੀਮੈਂਟਸ ਜਿਹੜੇ ਨੇ ਫਿਊਚਰ ਦੇ ਵਿੱਚ ਜਾਂ ਭਵਿੱਖ ਦੇ ਵਿੱਚ ਡਿਸਕਵਰ ਹੋਣਗੇ। ਹੋਇਆ ਕਿ ਵੀ ਜਦੋਂ ਬਾਅਦ ਚੋਂ ਕੋਈ ਨਵੇਂ ਐਲੀਮੈਂਟਸ ਡਿਸਕਵਰ ਹੁੰਦੇ ਗਏ ਤਾਂ ਫਿਰ ਉਹ ਇਹਦੇ ਵਿੱਚ ਫਿੱਟ ਹੀ ਨਹੀਂ ਹੋ ਸਕੇ, ਕਿਉਂਕਿ ਫਿਊਚਰ ਐਲੀਮੈਂਟਸ ਦਾ ਇੰਨੇ ਕੋਈ ਸਕੋਪ ਹੀ ਨਹੀਂ ਸੀ ਰੱਖਿਆ ਹੋਇਆ। ਫਿਰ ਕੀ ਹੋਇਆ ਬਈ ਕਈ ਵਾਰੀ ਟੇਬਲ ਦੇ ਵਿੱਚ 2 ਐਲੀਮੈਂਟਸ ਜਿਹੜੇ ਨੇ ਇੱਕ ਹੀ ਸਲੋਟ 'ਚ ਪਾਏ ਗਏ। ਉਹਦੇ ਨਾਲ ਕੀ ਹੋ ਗਿਆ ਵੀ ਜਿਹੜੇ ਅਨਲਾਈਕ ਐਲੀਮੈਂਟਸ ਸੀਗੇ ਯਾਨੀ ਕਿ ਜਿਹੜੇ ਡਿਸਸਿਮਿਲਰ ਐਲੀਮੈਂਟ ਸੀਗੇ ਉਹ ਸੇਮ ਸਲੋਟ 'ਚ ਪੈ ਗਏ। ਜਿੱਦਾਂ ਕਿ ਕੋਬਾਲਟ ਤੇ ਨਿਕਲ ਸੇਮ ਸਲੋਟ 'ਚ ਰੱਖੇ ਆ, ਕਿਹਦੇ ਨਾਲ ਰੱਖਤੇ ਇਹਨੇ ਰੱਖਤੇ ਫਲੋਰੀਨ, ਕਲੋਰੀਨ, ਬ੍ਰੋਮੀਨ ਨਾਲ। ਜਿਹੜੇ ਹੈਲੋਜਨਸ ਨੇ ਇਹਨਾਂ ਦੀਆਂ ਪ੍ਰੋਪਰਟੀਜ਼ ਜਿਹੜੀਆਂ ਨੇ ਕੋਬਾਲਟ ਤੇ ਨਿਕਲ ਤੋਂ ਅਲੱਗ ਹੁੰਦੀਆਂ, ਜਦੋਂ ਕਿ ਕੋਬਾਲਟ ਤੇ ਨਿਕਲ ਦੀਆਂ ਪ੍ਰੋਪਰਟੀਜ਼ ਆਇਰਨ ਨਾਲ ਮਿਲਦੀਆਂ, ਇਹ ਇਹਨਾਂ ਤੋਂ ਅਲੱਗ ਰੱਖ ਦਿੱਤਾ ਗਿਆ। ਸੋ ਜਿਹੜੇ ਘੱਟ ਅਟੋਮਿਕ ਮਾਸ ਵਾਲੇ ਯਾਨੀ ਕਿ ਘੱਟ ਪਰਮਾਣੂ ਪੁੰਜ ਵਾਲੇ ਐਲੀਮੈਂਟਸ ਸੀਗੇ ਸਿਰਫ ਉਹਨਾਂ ਦੇ ਲਈ ਇਹ ਜਿਹੜਾ ਲਾਅ ਸੀਗਾ ਇਹ ਕਾਮਯਾਬ ਰਿਹਾ। ਉਸ ਤੋਂ ਬਾਅਦ ਇਹ ਜਿਹੜੀ ਅਵਿਵਸਥਾ ਸੀਗੀ ਯਾਨੀ ਕਿ ਜਿਹੜਾ ਕਿਓਜ਼ ਸੀਗਾ ਇਹਨੂੰ ਵਿਵਸਥਿਤ ਕਰਨ ਦਾ ਕੰਮ ਮੈਂਡਲੀਵ ਨੇ ਕੀਤਾ ਤੇ ਮੈਂਡਲੀਵ ਦੀ ਆਵਰਤੀ ਸਾਰਣੀ ਹੋਂਦ 'ਚ ਆਈ, ਜਿਹਨੂੰ ਅਸੀਂ ਮੈਂਡਲੀਵਸ ਪੀਰੀਓਡਿਕ ਟੇਬਲ ਵੀ ਕਹਿੰਦੇ ਆ। ਔਰ ਇਹ ਜਿਹੜਾ ਮੈਂਡਲੀਵ ਦਾ ਪੀਰੀਓਡਿਕ ਟੇਬਲ ਹੈ ਉਹ ਇਸ ਦਿਸ਼ਾ ਦੇ ਵਿੱਚ ਇੱਕ ਮੀਲ ਪੱਥਰ ਸਾਬਤ ਹੋਇਆ। ਹੁਣ ਮੈਂਡਲੀਵ ਦਾ ਪੂਰਾ ਨਾਮ ਕੀ ਸੀਗਾ? ਦਮਿਤਰੀ ਇਵਾਨੋਵਿਚ ਮੈਂਡਲੀਵ, ਜਿਹੜਾ ਕਿ ਰਸ਼ੀਆ ਦਾ ਰਹਿਣ ਵਾਲਾ ਇੱਕ ਸਾਇੰਟਿਸਟ ਸੀਗਾ। ਤੇ ਇਹਨੇ ਜਿਹੜੀ ਆਪਣੀ ਰਿਸਰਚ ਕੀਤੀ ਆ ਉਹਦਾ ਕ੍ਰੈਡਿਟ ਜਿਹੜਾ ਆਪਣੀ ਮਦਰ ਨੂੰ ਦਿੱਤਾ, ਕਿਉਂਕਿ ਇਹਦੀ ਜ਼ਿੰਦਗੀ ਦੇ ਵਿੱਚ ਇਹਦੀ ਮਦਰ ਦਾ ਬਹੁਤ ਜ਼ਿਆਦਾ ਇੰਪੈਕਟ ਰਿਹਾ ਵਾ। ਔਰ ਜਿਹੜਾ ਇਹ ਮੈਂਡਲੀਵ ਦਾ ਪੀਰੀਓਡਿਕ ਟੇਬਲ ਹੈ ਇਟ ਪ੍ਰੂਵਡ ਟੂ ਬੀ ਯੂਨੀਫਾਈਂਗ ਪ੍ਰਿੰਸੀਪਲ ਇਨ ਕੈਮਿਸਟਰੀ। ਔਰ ਆਲਮੋਸਟ 44 ਸਾਲਾਂ ਤੱਕ ਲੋਕਾਂ ਨੇ ਇਸੇ ਮੈਂਡਲੀਵ ਦੇ ਪੀਰੀਓਡਿਕ ਟੇਬਲ ਨੂੰ ਹੀ ਫੋਲੋ ਕੀਤਾ। ਸੋ ਕਾਫੀ ਲੰਬਾ ਸਮਾਂ ਜਿਹੜਾ ਹੈਗਾ ਮੈਂਡਲੀਵ ਦਾ ਪੀਰੀਓਡਿਕ ਟੇਬਲ ਵਰਤੋਂ 'ਚ ਰਿਹਾ। ਜਦੋਂ ਮੈਂਡਲੀਵ ਨੇ ਇਹ ਪੀਰੀਓਡਿਕ ਟੇਬਲ ਦਾ ਕੰਮ ਕੀਤਾ ਉਦੋਂ 63 ਐਲੀਮੈਂਟਸ ਜਿਹੜੇ ਸੀਗੇ ਉਹ ਨੋਨ ਸੀਗੇ, ਯਾਨੀ ਕਿ 63 ਤੱਤ ਜਿਹੜੇ ਸੀਗੇ ਉਹਨਾਂ ਦੇ ਬਾਰੇ ਪਤਾ ਸੀਗਾ। ਸੋ ਇਹਨੇ ਕੀ ਕੀਤਾ ਵੀ ਜਿੰਨੇ ਵੀ ਐਲੀਮੈਂਟਸ ਨੋਨ ਸੀਗੇ ਉਹਨਾਂ ਦੀ ਅਟੋਮਿਕ ਮਾਸ ਯਾਨੀ ਕਿ ਪਰਮਾਣੂ ਪੁੰਜ ਤੇ ਉਹਨਾਂ ਦੀਆਂ ਫਿਜ਼ੀਕਲ ਤੇ ਕੈਮੀਕਲ ਪ੍ਰੋਪਰਟੀਜ਼ ਯਾਨੀ ਕਿ ਭੌਤਿਕ ਤੇ ਰਸਾਇਣਿਕ ਪ੍ਰੋਪਰਟੀਜ਼ ਜਿਹੜੀਆਂ ਨੇ ਉਹਨਾਂ ਦੇ ਵਿੱਚ ਇੱਕ ਰਿਲੇਸ਼ਨਸ਼ਿਪ ਕਾਇਮ ਕਰਨ ਦੀ ਕੋਸ਼ਿਸ਼ ਕੀਤੀ। ਕਿੱਦਾਂ ਕੀਤੀ ਉਹ ਵੀ ਦੇਖਦੇ ਹਾਂ। ਐਲੀਮੈਂਟਸ ਦੀਆਂ ਕੈਮੀਕਲ ਪ੍ਰੋਪਰਟੀਜ਼ ਨੂੰ ਪਤਾ ਕਰਨ ਲਈ ਇਹਨੇ ਕੀ ਕੀਤਾ ਵੀ ਇਹਨੇ ਇਹ ਦੇਖਿਆ ਵੀ ਜਿਹੜੇ ਐਲੀਮੈਂਟਸ ਨੇ ਉਹ ਹਾਈਡਰੋਜਨ ਤੇ ਆਕਸੀਜਨ ਦੇ ਨਾਲ ਕਿੱਦਾਂ ਰਿਐਕਟ ਕਰਦੇ ਨੇ। ਇਹ ਹਾਈਡਰੋਜਨ ਤੇ ਆਕਸੀਜਨ ਇਹਨੇ ਕਿਉਂ ਸਿਲੈਕਟ ਕੀਤੇ? ਕਿਉਂਕਿ ਹਾਈਡਰੋਜਨ ਤੇ ਆਕਸੀਜਨ ਕਾਫੀ ਜ਼ਿਆਦਾ ਰਿਐਕਟਿਵ ਹੁੰਦੇ ਨੇ ਔਰ ਮੋਸਟ ਆਫ ਦਾ ਐਲੀਮੈਂਟਸ ਦੇ ਨਾਲ ਹਾਈਡਰੋਜਨ ਤੇ ਆਕਸੀਜਨ ਜਿਹੜੇ ਨੇ ਉਹ ਰਿਐਕਟ ਕਰਕੇ ਕੰਪਾਊਂਡਸ ਬਣਾ ਦਿੰਦੇ ਨੇ। ਸੋ ਜਦੋਂ ਅਲੱਗ-ਅਲੱਗ ਐਲੀਮੈਂਟਸ ਨੂੰ ਹਾਈਡਰੋਜਨ ਤੇ ਆਕਸੀਜਨ ਦੇ ਨਾਲ ਰਿਐਕਟ ਕਰਾ ਕੇ ਤੇ ਉਹਨਾਂ ਦੇ ਜਿਹੜੇ ਹਾਈਡਰਾਈਡਸ ਜਾਂ ਆਕਸਾਈਡਸ ਹੋਂਦ ਵਿੱਚ ਆਏ ਉਹਨਾਂ ਨੂੰ ਸਟੱਡੀ ਕੀਤਾ ਗਿਆ। ਸਟੱਡੀ ਕਰਕੇ ਤੇ ਉਹਨਾਂ ਦੀਆਂ ਜਿਹੜੀਆਂ ਵੀ ਬੇਸਿਕ ਪ੍ਰੋਪਰਟੀਜ਼ ਸੀਗੀਆਂ ਤੇ ਉਹਨਾਂ ਦੇ ਅਕੋਰਡਿੰਗਲੀ ਫਿਰ ਜਿਹੜੇ ਐਲੀਮੈਂਟਸ ਸੀਗੇ ਉਹਨਾਂ ਦੇ ਗਰੁੱਪ ਬਣਾਏ ਗਏ। ਮੈਂਡਲੀਵ ਨੇ ਜਿਹੜਾ ਪੀਰੀਓਡਿਕ ਲਾਅ ਬਣਾਇਆ ਉਹ ਕਹਿੰਦਾ ਵਾ ਕਿ ਦ ਪ੍ਰੋਪਰਟੀਜ਼ ਆਫ ਐਲੀਮੈਂਟਸ ਆਰ ਦਾ ਪੀਰੀਓਡਿਕ ਫੰਕਸ਼ਨਸ ਆਫ देयर ਐਟੋਮਿਕ ਮਾਸਿਸ, ਯਾਨੀ ਕਿ ਜਿਹੜੇ ਤੱਤ ਨੇ ਉਹਨਾਂ ਦਾ ਜਿਹੜਾ ਪਰਮਾਣੂ ਪੁੰਜ ਹੁੰਦਾ ਵਾ ਉਹਦੇ ਕਰਕੇ ਹੀ ਪ੍ਰੋਪਰਟੀਜ਼ ਜਿਹੜੀਆਂ ਨੇ ਨਾ ਐਲੀਮੈਂਟਸ ਦੀਆਂ ਉਹ ਬਾਰ-ਬਾਰ ਫਿਰ ਰਿਪੀਟ ਹੁੰਦੀਆਂ। ਦੇਖੋ ਪੀਰੀਓਡਿਕ ਫੰਕਸ਼ਨ ਦਾ ਕੀ ਮਤਲਬ ਹੁੰਦਾ? ਪੀਰੀਓਡਿਕ ਫੰਕਸ਼ਨ ਦਾ ਮਤਲਬ ਹੁੰਦਾ ਬਈ ਇੱਕ ਜਿਹੜੀ ਚੀਜ਼ ਹੈ ਨਾ ਉਹ ਇੱਕ ਪਾਰਟਿਕੂਲਰ ਇੰਟਰਵਲ ਤੋਂ ਬਾਅਦ ਜਦੋਂ ਰਿਪੀਟ ਹੁੰਦੀ ਹੈ ਤੇ ਉਹਨੂੰ ਅਸੀਂ ਪੀਰੀਅਡ ਕਹਿੰਦੇ ਆ। ਸੋ ਜਦੋਂ ਵੀ ਇੱਕ ਪੀਰੀਅਡ ਤੋਂ ਬਾਅਦ ਇੱਕ ਇੰਟਰਵਲ ਤੋਂ ਬਾਅਦ ਯਾਨੀ ਕਿ ਕੁਝ ਅਟੋਮਿਕ ਮਾਸਿਸ ਦੇ ਇੰਟਰਵਲ ਤੋਂ ਬਾਅਦ ਦੁਬਾਰਾ ਐਲੀਮੈਂਟਸ ਜਿਹੜੇ ਨੇ ਸਿਮਿਲਰ ਪ੍ਰੋਪਰਟੀਜ਼ ਵਾਲੇ ਰਿਪੀਟ ਹੁੰਦੇ ਆ ਤੇ ਉਹ ਕੀ ਹੁੰਦਾ ਫਿਰ ਪੀਰੀਓਡਿਕ ਫੰਕਸ਼ਨ ਹੁੰਦਾ।
सो एक कोई एलीमेंट आया बस वो कल्ला ही होया, वो पीरियोडिक फंक्शन नहीं होगा। कोई एक एलीमेंट जिद्दां सपोज कर लो भी एक एटॉमिक मास ते आंदा पिया ਤੇ ਕੁਝ ਐਟੋਮਿਕ ਮਾਸਿਸ ਦੇ ਇੰਟਰਵਲ ਤੋਂ ਬਾਅਦ ਇੱਕ ਹੋਰ ਐਲੀਮੈਂਟ ਆਇਆ ਜਿਹਦੀਆਂ ਪ੍ਰੋਪਰਟੀਜ਼ ਉਹਦੇ ਨਾਲ ਮਿਲਦੀਆਂ ਜੁਲਦੀਆਂ ਸੀ। ਸੋ ਇੱਕ ਪੀਰੀਅਡ ਤੋਂ ਬਾਅਦ ਰੈਪੀਟੇਸ਼ਨ ਹੋਈ ਨਾ, ਸੋ ਦਿਸ ਇਜ਼ ਨੋਨ ਐਜ਼ ਪੀਰੀਓਡਿਕ ਫੰਕਸ਼ਨ। ਸੋ ਕੀ ਇਹਨੇ ਫਾਰਮੂਲੇਟ ਕੀਤਾ ਪੀਰੀਓਡਿਕ ਲਾਅ ਕਿ ਦ ਪ੍ਰੋਪਰਟੀਜ਼ ਆਫ ਐਲੀਮੈਂਟਸ ਆਰ ਦ ਪੀਰੀਓਡਿਕ ਫੰਕਸ਼ਨ ਆਫ देयर ਐਟੋਮਿਕ ਮਾਸਿਸ। ਸੋ ਇਹਨੇ ਹੁਣ ਕੰਮ ਕਿੱਦਾਂ ਕੀਤਾ, ਅਲੱਗ-ਅਲੱਗ ਐਲੀਮੈਂਟਸ ਨੂੰ ਹਾਈਡਰੋਜਨ ਤੇ ਆਕਸੀਜਨ ਦੇ ਨਾਲ ਰਿਐਕਟ ਕਰਾ ਕੇ ਉਹਨਾਂ ਦੇ ਹਾਈਡਰਾਈਡਸ ਤੇ ਆਕਸਾਈਡਸ ਬਣਾਏ, ਉਹਨਾਂ ਨੂੰ ਸਟੱਡੀ ਕੀਤਾ ਤੇ ਉਹਨਾਂ ਦੇ ਅਕੋਰਡਿੰਗਲੀ ਸਿਮਿਲਰ ਪ੍ਰੋਪਰਟੀਜ਼ ਵਾਲੇ ਐਲੀਮੈਂਟਸ ਦੇ ਇਹਨੇ ਗਰੁੱਪ ਬਣਾਏ। ਇਹਨੇ ਨਾ ਛੋਟੇ ਛੋਟੇ ਜਿਹੇ ਨਾ ਕਾਰਡਸ ਲੈ ਲਏ, ਜਿੱਦਾਂ ਫਲੈਸ਼ ਕਾਰਡਸ ਹੁੰਦੇ ਨੇ, ਤੇ ਉਹਨਾਂ ਦੇ ਉੱਤੇ ਨਾ ਐਲੀਮੈਂਟਸ ਜਿਹੜੇ ਨੇ ਨਾ ਉਹ ਸਿਮਿਲਰ ਪ੍ਰੋਪਰਟੀਜ਼ ਵਾਲੇ ਨੋਟ ਕਰਨੇ ਸ਼ੁਰੂ ਕਰ ਦਿੱਤੇ। ਜਿੱਦਾਂ ਇਹਨੇ ਇੱਕ ਕਾਰਡ ਲਿਆ ਤੇ ਉਹਦੇ ਵਿੱਚ ਇਹਨੇ ਐਲੀਮੈਂਟਸ ਲਿਖੇ। ਹੁਣ ਜਦੋਂ ਇਹਨੇ ਇਹਨਾਂ ਕਾਰਡਸ ਦੇ ਉੱਤੇ ਐਲੀਮੈਂਟਸ ਲਿਖੇ ਤਾਂ ਇਹਨੇ ਪਹਿਲਾਂ ਉਹ ਐਲੀਮੈਂਟਸ ਲਿਖੇ ਜਿਨ੍ਹਾਂ ਦਾ ਐਟੋਮਿਕ ਮਾਸ ਘੱਟ ਸੀ, ਤੇ ਫਿਰ ਉਸ ਤੋਂ ਬਾਅਦ ਅਗਲਾ ਐਲੀਮੈਂਟ ਵੱਧ ਐਟੋਮਿਕ ਮਾਸ ਵਾਲਾ, ਤੇ ਫਿਰ ਉਸ ਤੋਂ ਬਾਅਦ ਅਗਲਾ ਉਸ ਤੋਂ ਵੀ ਵੱਧ ਐਟੋਮਿਕ ਮਾਸ ਵਾਲਾ, ਯਾਨੀ ਕਿ ਇਨਕਰੀਜ਼ਿੰਗ ਆਰਡਰ ਆਫ ਐਟੋਮਿਕ ਮਾਸ ਦੇ ਅਕੋਰਡਿੰਗਲੀ ਇਹਨੇ ਇਹਨਾਂ ਗਰੁੱਪਸ ਦੇ ਵਿੱਚ ਇਹਨਾਂ ਕਾਰਡਸ ਦੇ ਵਿੱਚ ਐਲੀਮੈਂਟਸ ਲਿਖੇ। ਅਲੱਗ-ਅਲੱਗ ਇਹਨੇ ਕਾਰਡਸ ਬਣਾਏ, ਜਿੱਦਾਂ ਇੱਕ ਕਾਰਡ ਆ ਹੋ ਗਿਆ, ਇੱਕ ਕਾਰਡ ਆ ਹੋ ਗਿਆ, ਇੱਕ ਕਾਰਡ ਆ ਹੋ ਗਿਆ, ਇੱਦਾਂ ਇਹਨੇ ਅਲੱਗ-ਅਲੱਗ ਕਾਰਡਸ ਦੇ ਵਿੱਚ ਗਰੁੱਪਸ ਆਫ ਐਲੀਮੈਂਟਸ ਜਿਹੜੇ ਨੇ ਉਹ ਨੋਟ ਕੀਤੇ। ਨੋਟ ਕਰਨ ਤੋਂ ਬਾਅਦ ਇਹ ਜਿਹੜੇ ਕਾਰਡਸ ਸੀਗੇ ਇਹਨੇ ਇੱਕ ਦੀਵਾਰ ਦੇ ਉੱਤੇ ਪਿੰਨ ਅਪ ਕਰ ਦਿੱਤੇ। ਹੁਣ ਜਦੋਂ ਇਹਨੇ ਇਹ ਜਿਹੜੇ ਕਾਰਡਸ ਸੀਗੇ ਇਹਨੂੰ ਆਪਣੀ ਦੀਵਾਰ ਦੇ ਉੱਤੇ ਪਿੰਨ ਅਪ ਕੀਤਾ, ਤੇ ਉਦੋਂ ਇਹਨੇ ਇੱਦਾਂ ਦੀ ਅਰੇਂਜਮੈਂਟ ਕਰਨ ਦੀ ਕੋਸ਼ਿਸ਼ ਕੀਤੀ ਵੀ ਜਿੱਦਾਂ ਹਾਈਡਰੋਜਨ ਤੋਂ ਸਟਾਰਟ ਹੋ ਰਿਹਾ ਹੈ ਨਾ ਕਾਰਡ, ਤਾਂ ਅਗਲਾ ਵਾਲਾ ਜਿਹੜਾ ਗਰੁੱਪ ਹੈਗਾ ਉਹਦੇ ਵਿੱਚ ਹਾਈਡਰੋਜਨ ਤੋਂ ਜ਼ਿਆਦਾ ਐਟੋਮਿਕ ਮਾਸ ਜਿਹਦਾ ਹੋਵੇ ਉਹਨੂੰ ਰੱਖਿਆ ਜਾਵੇ। ਜੇ ਕਾਰਡ ਹੈਗਾ ਤੇ ਇਹ ਤੋਂ ਅੱਗੇ ਉਸ ਐਲੀਮੈਂਟ ਤੋਂ ਸ਼ੁਰੂਆਤ ਕੀਤੀ ਜਾਵੇ ਜਿਹਦਾ ਐਟੋਮਿਕ ਮਾਸ ਬਰੀਲੀਅਮ ਤੋਂ ਜ਼ਿਆਦਾ ਹੈਗਾ। ਸੋ ਹੌਲੀ ਹੌਲੀ ਇਹਨੇ ਜਿੱਦਾਂ ਰੀਅਰੇਂਜ ਕਰਦੇ 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 ਇੱਕ ਪੂਰਾ ਪੀਰੀਓਡਿਕ ਟੇਬਲ ਤਿਆਰ ਕਰ ਲਿਆ। ਹੁਣ ਉਹ ਪੀਰੀਓਡਿਕ ਟੇਬਲ ਕਿੱਦਾਂ ਦਾ ਦਿਖਦਾ ਉਹ ਵੀ ਦੇਖਦੇ ਹਾਂ। ਦੇਖੋ ਹੈਗਾ ਮੈਂਡਲੀਵਜ਼ ਪੀਰੀਓਡਿਕ ਟੇਬਲ। ਸੋ ਜਿਹੜੇ ਇਹਨੇ ਗਰੁੱਪ ਬਣਾਏ ਸੀ ਹੈ ਨਾ, ਜਿੱਦਾਂ ਆਪਾਂ ਹੁਣੇ ਦੇਖਿਆ ਵੀ ਹਾਈਡਰੋਜਨ, ਲਿਥੀਅਮ, ਸੋਡੀਅਮ ਇੱਦਾਂ ਦਾ ਸੀਗਾ, ਇਸੇ ਤਰ੍ਹਾਂ ਹੀ ਅਲੱਗ-ਅਲੱਗ ਗਰੁੱਪਸ ਜਿਹੜੇ ਸੀਗੇ। ਹੁਣ ਇਹਨਾਂ ਗਰੁੱਪਸ ਦੇ ਅੰਦਰ ਜਦੋਂ ਇਹਨੇ ਐਲੀਮੈਂਟਸ ਲਿਖੇ ਸੀ ਉਹ ਇਹਨੇ ਇਨਕਰੀਜ਼ਿੰਗ ਆਰਡਰ ਆਫ ਐਟੋਮਿਕ ਮਾਸ 'ਚ ਲਿਖੇ ਸੀਗੇ। ਹੁਣ ਜਦੋਂ ਇਹਨੇ ਗਰੁੱਪਸ ਜਿਹੜੇ ਸੀਗੇ ਉਹ ਇੱਕ ਦੂਜੇ ਦੇ ਨਾਲ ਰੀਅਰੇਂਜ ਕੀਤੇ, ਤਾਂ ਵੀ ਇਹਨੇ ਕੋਸ਼ਿਸ਼ ਕੀਤੀ ਵੀ ਦੇਖਿਆ ਜਾਵੇ ਕਿ ਜਿੱਦਾਂ ਐਟੋਮਿਕ ਮਾਸ ਵੱਧਦਾ ਉੱਦਾਂ ਇਹ ਜਿਹੜੇ ਕਾਰਡਸ ਨੇ ਇਹ ਅਰੇਂਜ ਕੀਤੇ ਜਾਣ। ਸੋ ਅਲਟੀਮੇਟਲੀ ਹੋਇਆ ਕਿ ਵੀ ਜਿਹੜੇ ਗਰੁੱਪ ਅਰੇਂਜ ਹੋਏ ਨੇ ਇਹ ਸਾਰੇ ਹੀ ਇਨਕਰੀਜ਼ਿੰਗ ਆਰਡਰ ਆਫ ਐਟੋਮਿਕ ਮਾਸ ਦੇ ਵਿੱਚ ਆ ਗਏ। ਸੋ ਇਹਨੇ ਆਪ ਨਹੀਂ ਇਹ ਕੀਤਾ, ਇਹ ਆਟੋਮੈਟਿਕਲੀ ਹੋ ਗਿਆ, ਭਾਵੇਂ ਜਿੱਦਾਂ ਵੀ ਹੋਇਆ ਪਰ ਕੰਮ ਤਾਂ ਵਧੀਆ ਹੋ ਗਿਆ ਹੈ ਨਾ। ਹੁਣ ਇਹਨੇ ਜਿਹੜੇ ਐਲੀਮੈਂਟਸ ਨੇ ਉਹਨਾਂ ਦੀਆਂ ਪ੍ਰੋਪਰਟੀਜ਼ ਦੇ ਵਿੱਚ ਜਿਹੜੀ ਸਿਮਿਲੈਰਿਟੀ ਜਾਂ ਡਿਸਸਿਮਿਲੈਰਿਟੀ ਲਈ ਆ ਉਹ ਬੇਸਿਕਲੀ ਲਈ ਆ ਵੀ ਕਿਸੇ ਐਲੀਮੈਂਟ ਦੇ ਆਕਸਾਈਡਸ ਜਾਂ ਹਾਈਡਰਾਈਡਸ ਕਿੱਦਾਂ ਦੇ ਬਣਦੇ ਆ। ਜਿੱਦਾਂ ਦੇਖੋ ਇੱਥੇ ਲਿਖਿਆ R2O ਜਾਂ RH, ਠੀਕ ਹੈ। R ਦਾ ਮਤਲਬ ਕਿ ਕੋਈ ਵੀ ਐਲੀਮੈਂਟ ਹੋ ਸਕਦਾ, ਠੀਕ ਹੈ ਨਾ। ਜਿੱਦਾਂ ਲਿਥੀਅਮ ਹੀ ਲੈ ਲਓ, ਇੱਥੇ ਲਿਥੀਅਮ 2O ਇੱਦਾਂ ਦਾ ਆਕਸਾਈਡ ਬਣੂਗਾ। ਇਸੇ ਤਰ੍ਹਾਂ RH ਵਿੱਚ ਲਿਥੀਅਮ ਭਰ ਦਿਓ ਤੇ ਲਿਥੀਅਮ ਹਾਈਡਰਾਈਡ ਹੋ ਜਾਊਗਾ, ਠੀਕ ਹੈ ਨਾ। ਸੋ R ਦੀ ਜਗ੍ਹਾ ਤੇ ਕੋਈ ਵੀ ਐਲੀਮੈਂਟ ਭਰਿਆ ਜਾ ਸਕਦਾ, ਜਿੱਦਾਂ ਲਿਥੀਅਮ ਭਰ ਦਿਓ, ਸੋਡੀਅਮ ਭਰ ਦਿਓ, ਪੋਟਾਸ਼ੀਅਮ ਭਰ ਦਿਓ, ਜਿਹੜਾ ਮਰਜ਼ੀ ਭਰ ਦਿਓ। ਇਸੇ ਤਰ੍ਹਾਂ ਹੀ ਬਾਕੀਆਂ 'ਚ ਵੀ ਆ, R ਮਤਲਬ ਕੋਈ ਵੀ ਐਲੀਮੈਂਟ ਇੱਥੇ ਭਰਿਆ ਜਾ ਸਕਦਾ। ਸੋ ਕਿਸੇ ਐਲੀਮੈਂਟ ਦੇ ਕਿਹੋ ਜਿਹੇ ਆਕਸਾਈਡਸ ਤੇ ਹਾਈਡਰਾਈਡਸ ਬਣਦੇ ਆ, ਜਿੱਦਾਂ ਦੇਖੋ ਇਹਨੇ ਇੱਕ ਗਰੁੱਪ 1 ਲਿਆ, ਇਹਦੇ ਵਿੱਚ R2O ਟਾਈਪ ਦੇ ਆਕਸਾਈਡ ਬਣਦੇ ਆ ਤੇ RH ਟਾਈਪ ਦੇ ਹਾਈਡਰਾਈਡਸ ਬਣਦੇ ਆ, ਤੇ ਇਸ ਗਰੁੱਪ ਵਿੱਚ ਇਹਨੇ ਹਾਈਡਰੋਜਨ, ਲਿਥੀਅਮ, ਸੋਡੀਅਮ, ਪੋਟਾਸ਼ੀਅਮ ਸਾਰੇ ਪਾਤੇ, ਇੱਕ ਗਰੁੱਪ ਹੋ ਗਿਆ। ਇਸੇ ਤਰ੍ਹਾਂ ਹੀ RO ਤੇ RH2 ਇਹ ਆਕਸਾਈਡ ਤੇ ਹਾਈਡਰਾਈਡਸ ਕੌਣ ਬਣਾਉਂਦਾ ਉਹਦੇ ਅਕੋਰਡਿੰਗਲੀ ਗਰੁੱਪ ਹੋ ਗਿਆ। R2O3 ਟਾਈਪ ਦੇ ਆਕਸਾਈਡ ਤੇ RH3 ਟਾਈਪ ਦੇ ਹਾਈਡਰਾਈਡਸ ਜਿਹੜੇ ਬਣਾਉਂਦੇ ਨੇ ਐਲੀਮੈਂਟਸ ਉਹਨਾਂ ਦਾ ਗਰੁੱਪ ਹੋ ਗਿਆ। RO2 ਐਂਡ RH4 ਇਹ ਜਿਹੜੇ ਐਲੀਮੈਂਟਸ ਇੱਦਾਂ ਦੇ ਆਕਸਾਈਡ ਤੇ ਹਾਈਡਰੋਜਨ ਬਣਾਉਂਦੇ ਉਹਨਾਂ ਦਾ ਗਰੁੱਪ ਹੋ ਗਿਆ। ਸੋ ਇਸ ਤਰ੍ਹਾਂ ਦੇ ਨਾਲ ਇੰਨੇ ਗਰੁੱਪਸ ਜਿਹੜੇ ਨੇ ਨਾ ਅਰੇਂਜ ਕਰਤੇ। ਟੋਟਲ ਕਿੰਨੇ ਗਰੁੱਪ ਨੇ? ਟੋਟਲ ਗਰੁੱਪ ਹੈਗੇ ਨੇ 8, ਯਾਨੀ ਕਿ ਇਹ ਜਿਹੜੀਆਂ ਵਰਟੀਕਲ ਰੋਜ਼ ਨੇ ਹੈ ਨਾ, ਵਰਟੀਕਲ ਰੋਜ਼ ਹੀ ਆ ਨਾ ਸਾਰੀਆਂ। ਸੋ ਵਰਟੀਕਲ ਰੋਜ਼ ਕੀ ਨੇ? ਗਰੁੱਪਸ ਨੇ। ਕਿੰਨੇ ਨੇ? 8। ਦੇਖੋ ਫਸਟ ਗਰੁੱਪ ਇਹਦੇ 'ਚ ਸਾਰੇ ਐਲੀਮੈਂਟਸ ਆ। ਸੈਕਿੰਡ ਗਰੁੱਪ ਇਹਦੇ 'ਚ ਐਲੀਮੈਂਟਸ ਆ। ਥਰਡ ਗਰੁੱਪ ਇਹਦੇ 'ਚ ਸਾਰੇ ਐਲੀਮੈਂਟਸ ਆ। ਚੌਥਾ ਗਰੁੱਪ ਇਹਦੇ 'ਚ ਐਲੀਮੈਂਟਸ ਆ। ਪੰਜਵੇਂ ਗਰੁੱਪ 'ਚ ਐਲੀਮੈਂਟਸ ਆ।
6ਵੇਂ 'ਚ ਆ ਐਲੀਮੈਂਟਸ ਆ, 7ਵੇਂ ਦੇ ਵਿੱਚ ਆ ਐਲੀਮੈਂਟਸ ਆ ਤੇ 8ਵੇਂ ਦੇ ਵਿੱਚ ਆ ਐਲੀਮੈਂਟਸ ਆ। ਸੋ ਇੱਦਾਂ ਇਹਨੇ ਆ ਵਰਟੀਕਲ ਜਿਹੜੇ ਕਾਲਮਸ ਨੇ ਇਹਨਾਂ ਨੂੰ ਇਹਨੇ ਗਰੁੱਪਸ ਦਾ ਨਾਮ ਦਿੱਤਾ। ਇਸੇ ਤਰ੍ਹਾਂ ਹੀ ਆ ਜਿਹੜੀਆਂ ਐਲੀਮੈਂਟਸ ਦੀਆਂ ਹੌਰੀਜ਼ੋਨਟਲ ਰੋਜ਼ ਬਣ ਗਈਆਂ ਹੈ ਨਾ, ਇਹਨਾਂ ਨੂੰ ਇਹਨੇ ਪੀਰੀਅਡਸ ਦਾ ਨਾਮ ਦਿੱਤਾ। ਜਿੱਦਾਂ ਆ ਇੱਕ ਰੋ ਬਣ ਗਈ, ਲਿਥੀਅਮ, ਬੈਰੀਲੀਅਮ, ਬੋਰੋਨ, ਕਾਰਬਨ, ਨਾਈਟ੍ਰੋਜਨ, ਆਕਸੀਜਨ, ਫਲੋਰੀਨ, ਇਹਨਾਂ ਨੂੰ ਇਹਨੇ ਪੀਰੀਅਡ ਦਾ ਨਾਮ ਦੇ ਦਿੱਤਾ। ਠੀਕ ਹੈ, ਸੋ ਆ ਪਹਿਲਾ ਪੀਰੀਅਡ ਹੋ ਗਿਆ, ਆ ਦੂਜਾ ਪੀਰੀਅਡ ਹੋ ਗਿਆ, ਆ ਤੀਜਾ ਪੀਰੀਅਡ ਹੋ ਗਿਆ ਹੈ ਨਾ। ਸੋ ਇੱਦਾਂ ਇਹਨੇ 6 ਪੀਰੀਅਡਸ ਬਣਾਏ ਆ। 7ਵਾਂ ਪੀਰੀਅਡ ਇਹਦਾ ਇਨਕੰਪਲੀਟ ਰਹਿ ਗਿਆ। ਸੋ ਗਰੁੱਪ ਬਣ ਗਏ 8, ਪੀਰੀਅਡ ਬਣ ਗਏ 6, 7ਵਾਂ ਇਨਕੰਪਲੀਟ। ਤੇ ਆ ਜਿਹੜੇ ਗਰੁੱਪ ਨੇ ਨਾ, ਜਿੱਦਾਂ ਫਸਟ ਗਰੁੱਪ ਆ ਇਹਦੇ 'ਚ ਅੱਗੋਂ 2 ਸਬ ਗਰੁੱਪਸ ਬਣਾਤੇ, A ਤੇ B। ਇਸੇ ਤਰ੍ਹਾਂ ਹੀ ਸੈਕਿੰਡ 'ਚ ਵੀ A ਤੇ B, ਥਰਡ 'ਚ ਵੀ A ਤੇ B। ਹੁਣ ਆ ਦੇਖੋ, ਆ ਗਰੁੱਪ 1 ਦਾ ਸਬ ਗਰੁੱਪ A, ਉਹਦੇ ਵਿੱਚ ਆ ਐਲੀਮੈਂਟਸ ਆ ਰਹੇ ਆ, ਤੇ ਗਰੁੱਪ 1 ਦਾ ਸਬ ਗਰੁੱਪ B, ਉਹਦੇ ਵਿੱਚ ਆ ਐਲੀਮੈਂਟਸ ਆ ਰਹੇ ਆ, ਜਿੱਦਾਂ ਕਾਪਰ, ਸਿਲਵਰ, 골ਡ। ਆ ਗਰੁੱਪ 1 ਦਾ ਸਬ ਗਰੁੱਪ B, ਉਹਦੇ ਵਿੱਚ ਆ ਰਹੇ ਨੇ। ਸੋ ਪਹਿਲੇ ਤੋਂ ਲੈ ਕੇ 7ਵੇਂ ਤੱਕ ਦੇ ਗਰੁੱਪਸ ਦੇ ਵਿੱਚ 2-2 ਸਬ ਗਰੁੱਪ ਆ, AB, AB, AB। ਜਦੋਂ ਕਿ ਜਿਹੜਾ 8ਵਾਂ ਗਰੁੱਪ ਹੈਗਾ ਇਹਦੇ ਵਿੱਚ ਕੋਈ ਸਬ ਗਰੁੱਪਸ ਨਹੀਂ ਹੈਗੇ, ਪਰ ਇਹਦੇ ਵਿੱਚ 3-3 ਐਲੀਮੈਂਟਸ ਜਿਹੜੇ ਨੇ ਉਹ ਆ ਰਹੇ ਨੇ। ਤੇ ਇਹ ਜਿਹੜਾ ਮੈਂਡਲੀਵ ਦਾ ਪੀਰੀਓਡਿਕ ਟੇਬਲ ਹੈਗਾ, ਇਹ ਜਰਮਨ ਜਰਨਲ ਦੇ ਵਿੱਚ 1872 ਦੇ ਵਿੱਚ ਪਬਲਿਸ਼ ਹੋਇਆ ਸੀਗਾ। ਸੋ ਇਸ ਪੀਰੀਓਡਿਕ ਟੇਬਲ ਦੇ ਟੌਪ ਦੇ ਉੱਤੇ ਆਕਸਾਈਡਸ ਤੇ ਹਾਈਡਰਾਈਡਸ ਜਿਹੜੇ ਨੇ ਉਹ ਮੈਂਸ਼ਨਡ ਨੇ। ਆਰ ਉਸ ਗਰੁੱਪ ਦੇ ਐਲੀਮੈਂਟ ਨੂੰ ਰਿਪਰੈਜ਼ੈਂਟ ਕਰਦਾ ਤੇ ਉਹਦੇ ਅਕੋਰਡਿੰਗਲੀ ਗਰੁੱਪਸ ਬਣੇ ਆ। ਠੀਕ ਹੈ ਜੀ, ਉਹ ਤੇ ਆਪਾਂ ਨੂੰ ਹੁਣ ਪਤਾ ਲੱਗ ਹੀ ਗਿਆ। ਸੋ ਇਹਦੇ ਜਿਹੜੇ ਮੇਨ ਪੋਸਟੂਲੇਟਸ ਆ, ਫਟਾਫਟ ਉਹਨਾਂ ਨੂੰ ਰਿਵਾਈਜ਼ ਕਰ ਲੈਂਦੇ ਆ। ਮੇਨ ਫੀਚਰਸ ਕੀ ਨੇ ਮੈਂਡਲੀਵ ਦੇ ਪੀਰੀਓਡਿਕ ਟੇਬਲ ਦੇ, ਕਿ ਇਹਦੇ ਵਿੱਚ ਜਿਹੜੀਆਂ ਹੌਰੀਜ਼ੋਨਟਲ ਰੋਜ਼ ਬਣੀਆਂ ਨੇ ਐਲੀਮੈਂਟਸ ਦੀਆਂ, ਉਹਨਾਂ ਨੂੰ ਅਸੀਂ ਪੀਰੀਅਡਸ ਕਹਿੰਦੇ ਆ। ਤੇ ਇਹਦੇ ਵਿੱਚ ਜਿਹੜਾ ਹੈਗਾ ਐਲੀਮੈਂਟਸ ਦਾ ਐਟੋਮਿਕ ਮਾਸ, ਉਹਨੂੰ ਲਿਆ ਗਿਆ ਵਾ ਇਨਕਰੀਜ਼ਿੰਗ ਆਰਡਰ ਦੇ ਵਿੱਚ। ਜਿਹੜੇ ਵਰਟੀਕਲ ਕਾਲਮਸ ਬਣੇ ਨੇ ਉਹ ਗਰੁੱਪਸ ਨੇ, ਤੇ ਗਰੁੱਪਸ ਦੇ ਵਿੱਚ ਜਿਹੜੇ ਨੇ ਨਾ ਐਲੀਮੈਂਟਸ ਰੱਖੇ ਗਏ ਨੇ ਸਿਮਿਲਰ ਪ੍ਰੋਪਰਟੀਜ਼ ਵਾਲੇ, ਯਾਨੀ ਕਿ ਇੱਕੋ ਤਰ੍ਹਾਂ ਦੀਆਂ ਪ੍ਰੋਪਰਟੀਜ਼ ਵਾਲੇ। ਕਿੰਨੇ ਗਰੁੱਪ ਨੇ? 8 ਗਰੁੱਪ ਨੇ, 1st to 8th। ਤੇ 8ਵੇਂ ਨੂੰ ਛੱਡ ਕੇ ਬਾਕੀ ਜਿਹੜੇ ਪਹਿਲੇ ਹੈਗੇ ਨੇ 7 ਗਰੁੱਪਸ, ਉਹਨਾਂ ਵਿੱਚ ਸਬ ਗਰੁੱਪਸ ਵੀ ਬਣਾਏ ਨੇ, A ਤੇ B। 6 ਹੌਰੀਜ਼ੋਨਟਲ ਰੋਜ਼ ਨੇ ਜਿਨ੍ਹਾਂ ਨੂੰ ਅਸੀਂ ਪੀਰੀਅਡਸ ਕਹਿੰਦੇ ਆ, 1 2 3 4 5 6। ਅਲੱਗ-ਅਲੱਗ ਪੀਰੀਅਡਸ ਦੇ ਵਿੱਚ ਅਲੱਗ-ਅਲੱਗ ਨੰਬਰ ਆਫ ਐਲੀਮੈਂਟਸ ਨੇ। 7ਵਾਂ ਪੀਰੀਅਡ ਜਿਹੜਾ ਇਹਦਾ ਇਨਕੰਪਲੀਟ ਆ। ਦੁਬਾਰਾ ਹੁਣ ਆਉਂਦੇ ਆ ਮੈਂਡਲੀਵ ਦੇ ਪੀਰੀਓਡਿਕ ਟੇਬਲ ਤੇ। ਹੁਣ ਹੋਇਆ ਕੀ ਹੈ ਵੀ ਜਦੋਂ ਇਹਨੇ ਇਨਕਰੀਜ਼ਿੰਗ ਆਰਡਰ ਆਫ ਐਟੋਮਿਕ ਮਾਸ 'ਚ ਅਰੇਂਜ ਕੀਤੇ ਨੇ ਐਲੀਮੈਂਟਸ, ਤਾਂ ਕਈ ਜਗ੍ਹਾ ਦੇ ਉੱਤੇ ਇੱਦਾਂ ਹੋਇਆ ਵੀ 2 ਐਲੀਮੈਂਟਸ ਦੇ ਵਿਚਕਾਰ ਕਾਫੀ ਜਿਹੜਾ ਫਰਕ ਸੀਗਾ ਐਟੋਮਿਕ ਮਾਸ ਦਾ। ਸੋ ਇਹਨੇ ਕੀ ਕੀਤਾ ਵੀ ਕਈ ਜਗ੍ਹਾ ਦੇ ਉੱਤੇ ਜਿੱਥੇ ਕਿਤੇ 2 ਐਲੀਮੈਂਟਸ ਦੇ ਵਿਚਕਾਰ ਐਟੋਮਿਕ ਮਾਸ ਦਾ ਜ਼ਿਆਦਾ ਗੈਪ ਪੈ ਰਿਹਾ ਸੀਗਾ, ਉੱਥੇ ਇਹਨੇ ਇਹ ਕਹਿਤਾ ਵੀ ਇੱਥੇ ਕੋਈ ਨਾ ਕੋਈ ਐਲੀਮੈਂਟ ਜਿਹੜਾ ਹੈਗਾ ਉਹ ਫਿਊਚਰ ਦੇ ਵਿੱਚ ਜ਼ਰੂਰ ਡਿਸਕਵਰ ਹੋਊਗਾ। ਇਸ ਕਰਕੇ ਉਹਨੇ ਥਾਂ ਦੇ ਉੱਤੇ ਗੈਪਸ ਜਿਹੜੇ ਸੀ ਨਾ ਉਹ ਛੱਡ ਦਿੱਤੇ, ਤਾਂ ਕਿ ਜਦੋਂ ਉਹ ਐਲੀਮੈਂਟਸ ਡਿਸਕਵਰ ਹੋਣ ਤਾਂ ਉਹਨਾਂ ਦੀ ਜਗ੍ਹਾ ਜਿਹੜੀ ਆ ਉਹ ਇੱਥੇ ਪੀਰੀਓਡਿਕ ਟੇਬਲ ਦੇ ਵਿੱਚ ਪਹਿਲਾਂ ਤੋਂ ਬਣੀ ਹੋਵੇ। ਸਿਰਫ ਗੈਪ ਹੀ ਨਹੀਂ ਛੱਡਿਆ, ਬਲਕਿ ਇਹ ਜਿਹੜੇ ਹਾਲੇ ਡਿਸਕਵਰ ਹੋਣੇ ਸੀ ਐਲੀਮੈਂਟਸ, ਉਹਨਾਂ ਦੇ ਨਾਮ ਵੀ ਰੱਖ ਦਿੱਤੇ ਗਏ। ਸੋ ਕਿੱਡੀ ਵੱਡੀ ਗੱਲ ਹੁੰਦੀ ਹੈ ਵੀ ਡਿਸਕਵਰੀ ਹਾਲੇ ਹੋਈ ਨਹੀਂ ਤੇ ਪਹਿਲਾਂ ਹੀ ਦੱਸ ਦਿੱਤਾ ਗਿਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਆਹ ਐਲੀਮੈਂਟਸ ਡਿਸਕਵਰ ਹੋਣਗੇ, ਉਹਨਾਂ ਦੇ ਆਹ ਨਾਮ ਹੋਣਗੇ ਤੇ ਉਹਨਾਂ ਦੀਆਂ ਆਹ ਪ੍ਰੋਪਰਟੀਜ਼ ਹੋਣਗੀਆਂ। ਸੋ ਇਹਨੂੰ ਆਪਾਂ ਕਹਿੰਦੇ ਆ ਵੀ ਆਪਣੇ ਕੰਮ ਦੇ ਉੱਤੇ ਕੌਨਫੀਡੈਂਸ ਹੋਣਾ। ਸੋ ਇਹ ਜਿਹੜੇ ਗੈਪ ਛੱਡੇ ਇਹ ਤੇ ਬਾਅਦ ਚੋਂ ਫਿਰ ਐਲੀਮੈਂਟਸ ਜਿਹੜੇ ਨੇ ਜਦੋਂ ਡਿਸਕਵਰ ਹੋਏ, ਜਿਹੜੀ ਗੱਲ ਸੀਗੀ ਮੈਂਡਲੀਵ ਦੀ ਉਹ ਸੱਚ ਸਾਬਤ ਹੋਈ। ਉਹਨਾਂ ਦੀਆਂ ਪ੍ਰੋਪਰਟੀਜ਼ ਵਾਕਈ ਉੱਦਾਂ ਦੀਆਂ ਹੀ ਸੀਗੀਆਂ ਜਿੱਦਾਂ ਦੀਆਂ ਕਿ ਉਹਨੇ ਪ੍ਰੈਡਿਕਟ ਕੀਤੀਆਂ ਸੀਗੀਆਂ। ਸੋ ਇਹ ਪ੍ਰੈਡਿਕਸ਼ਨਸ ਦੇ ਬਾਰੇ ਵੀ ਆਪਾਂ ਦੇਖ ਲੈਂਦੇ ਹਾਂ। ਸੋ ਆਹ ਦੇਖੋ, ਇਹਨੇ ਆਹ 3 ਐਲੀਮੈਂਟਸ ਪ੍ਰੈਡਿਕਟ ਕੀਤੇ ਸੀਗੇ। ਠੀਕ ਹੈ, ਜਿਹਦੇ ਲਈ ਉਹਨੇ ਆਪਣੇ ਪੀਰੀਓਡਿਕ ਟੇਬਲ ਦੇ ਵਿੱਚ ਗੈਪਸ ਛੱਡ ਦਿੱਤੇ ਸੀਗੇ। ਪਹਿਲਾ ਇੱਕ ਆ ਬੋਰੋਨ, ਯਾਨੀ ਕਿ ਬੋਰੋਨ ਵਰਗਾ। ਇੱਕ ਆ ਐਲੂਮੀਨੀਅਮ, ਜਿਹੜਾ ਕਿ ਐਲੂਮੀਨੀਅਮ ਤੋਂ ਬਾਅਦ ਆਊਗਾ ਤੇ ਪ੍ਰੋਪਰਟੀਜ਼ ਉਹਦੀਆਂ ਐਲੂਮੀਨੀਅਮ ਨਾਲ ਮਿਲਦੀਆਂ ਜੁਲਦੀਆਂ ਹੋਣਗੀਆਂ। ਤੇ ਇੱਕ ਆ ਸਿਲੀਕੋਨ। ਤੇ ਬਾਅਦ ਚੋਂ ਜਦੋਂ ਫਿਰ ਇਹ ਐਲੀਮੈਂਟ ਡਿਸਕਵਰ ਹੋਏ, ਜਿੱਦਾਂ ਕਿ ਇੱਕ ਆ ਬੋਰੋਨ, ਇਹਦੀ ਜਗ੍ਹਾ ਤੇ ਸਕੈਂਡੀਅਮ ਐਲੀਮੈਂਟ ਜਿਹੜਾ ਹੈਗਾ ਉਹ ਫਿੱਟ ਹੋਇਆ। ਇੱਕ ਆ ਐਲੂਮੀਨੀਅਮ ਦੇ ਉੱਤੇ ਗੈਲੀਅਮ ਜਿਹੜਾ ਹੈਗਾ ਉਹ ਫਿੱਟ ਹੋਇਆ, ਤੇ ਇੱਕ ਆ ਸਿਲੀਕੋਨ ਤੇ ਜਰਮੇਨੀਅਮ ਫਿੱਟ ਹੋਇਆ। ਜਿੱਦਾਂ ਦੇਖੋ ਮੈਂਡਲੀਵ ਨੇ ਕਿਹਾ ਕਿ ਇੱਕ ਆ ਐਲੂਮੀਨੀਅਮ ਜਿਹੜਾ ਹੋਏਗਾ ਉਹਦਾ ਐਟੋਮਿਕ ਮਾਸ 68 ਦੇ ਆਸ-ਪਾਸ ਹੋਊਗਾ, ਤੇ ਉਹ E2O3 ਟਾਈਪ ਦੇ ਆਕਸਾਈਡਸ ਬਣਾਊਗਾ ਤੇ ECl3 ਟਾਈਪ ਦੇ ਕਲੋਰਾਈਡਸ ਬਣਾਊਗਾ।
ਇਹਦੇ ਵਿੱਚ ਈ ਕੀ ਹੈਗਾ, ਐਲੀਮੈਂਟ ਦਾ ਸਿੰਬਲ ਆ, ਠੀਕ ਆ ਆਕਸੀਜਨ ਤੇ ਕਲੋਰੀਨ ਦਾ ਸਿੰਬਲ ਹੈਗਾ, ਇਹ ਤਾਂ ਸਾਨੂੰ ਪਤਾ ਹੀ ਆ। ਸੋ ਜਦੋਂ ਫਿਰ ਗੈਲੀਅਮ ਦੀ ਡਿਸਕਵਰੀ ਬਹੁਤ ਚਿਰ ਬਾਅਦ ਚੋਂ ਹੋਈ ਹੈ ਤਾਂ ਉਹਦਾ ਜਿਹੜਾ ਅਟੋਮਿਕ ਮਾਸ ਹੈ 69.7 ਡਿਸਕਵਰ ਹੋਇਆ। ਚਲੋ 68 ਦੇ ਆਸੇ-ਪਾਸੇ ਹੀ ਸੀਗਾ ਤੇ ਵਾਕਈ ਹੀ ਉਹਦੇ ਜਿਹੜੇ ਆਕਸਾਈਡਸ ਸੀਗੇ, ਜਿੱਦਾਂ ਆ ਗੈਲੀਅਮ ਆਕਸਾਈਡ ਆ, ਇਹਦਾ ਜਿਹੜਾ ਫਾਰਮੂਲਾ ਵਾ ਜਾਂ ਇਹਦੀ ਜਿਹੜੀ ਫਾਰਮੇਸ਼ਨ ਆ ਉਹ ਇਹਦੇ ਵਰਗੀ ਓ ਆ, E2O3 ਵਰਗੀ। ਇਸੇ ਤਰ੍ਹਾਂ ਹੀ ਜਦੋਂ ਇਹਦੇ ਗੈਲੀਅਮ ਦੇ ਕਲੋਰਾਈਡ ਦੇਖਦੇ ਆ ਤੇ ਇਹ ਵੀ ਇਹਦੇ ਵਰਗੇ ਹੀ ਸੀਗੇ। ਸੋ ਇਹਦਾ ਮਤਲਬ ਇਹ ਵੀ ਪ੍ਰੋਪਰਟੀਜ਼ ਜਿਹੜੀਆਂ ਸੀਗੀਆਂ ਉਹ ਸੇਮ ਹੀ ਸੀਗੀਆਂ ਗੈਲੀਅਮ ਦੀਆਂ, ਜਿੱਦਾਂ ਕਿ ਮੈਂਡਲੀਵ ਨੇ ਇੱਕ ਐਲੂਮੀਨੀਅਮ ਦੀਆਂ ਪ੍ਰੋਪਰਟੀਜ਼ ਦਿੱਤੀਆਂ ਸੀਗੀਆਂ। ਸੋ ਇੱਦਾਂ ਲੇਟਰ ਔਨ ਜਿਹੜੇ ਫਿਰ ਐਲੀਮੈਂਟਸ ਡਿਸਕਵਰ ਹੋਏ ਨੇ ਉਹ ਪੀਰੀਓਡਿਕ ਟੇਬਲ ਦੇ ਵਿੱਚ ਪਹਿਲਾਂ ਤੋਂ ਰੱਖੇ ਹੋਏ ਗੈਪਸ ਦੇ ਵਿੱਚ ਬੜੇ ਆਰਾਮ ਦੇ ਨਾਲ ਫਿੱਟ ਹੋ ਗਏ। ਇੱਥੇ ਜਿਹੜਾ ਏਕਾ ਵਰਡ ਵਾ ਉਹ ਸੰਸਕ੍ਰਿਤ ਵਰਡ ਤੋਂ ਲਿਆ ਗਿਆ, ਜਿਹਦਾ ਮਤਲਬ ਹੁੰਦਾ ਵਾ 1। ਸੋ ਇੱਦਾਂ ਇਹ ਤਾਂ ਚਲੋ ਇੱਕ ਐਗਜ਼ਾਮਪਲ ਆ, ਹੋਰ ਵੀ ਜਿੰਨੇ ਐਲੀਮੈਂਟਸ ਡਿਸਕਵਰ ਹੋਏ ਉਹ ਵਿਦਆਊਟ ਡਿਸਟਰਬਿੰਗ ਦਾ ਪੀਰੀਓਡਿਕ ਟੇਬਲ ਆਰਾਮ ਨਾਲ ਆਪਣੀ ਪਹਿਲਾਂ ਤੋਂ ਅਸਾਈਨਡ ਜਗ੍ਹਾ ਦੇ ਵਿੱਚ ਫਿੱਟ ਹੁੰਦੇ ਰਹੇ। ਇਹ ਹੀ ਨਹੀਂ, ਜਿਹੜੀਆਂ ਹੁਣ ਇਨਰਟ ਗੈਸਿਸ ਨੇ ਇਹ ਵੀ ਬਾਅਦ ਚੋਂ ਡਿਸਕਵਰ ਹੋਈਆਂ, ਵੀ ਉਦੋਂ ਤੱਕ ਤੋਂ ਡਿਸਕਵਰ ਹੋਈਆਂ ਹੀ ਨਹੀਂ ਸੀ ਹੋਈਆਂ। ਲੇਕਿਨ ਮੈਂਡਲੀਵ ਨੇ ਇੱਕ ਵੱਖਰਾ ਜਿਹੜਾ ਗਰੁੱਪ ਸੀਗਾ ਨਾ ਉਹ ਉਹਦੇ ਲਈ ਰੱਖਿਆ ਹੋਇਆ ਸੀਗਾ। ਸੋ ਜਦੋਂ ਇਨਰਟ ਗੈਸਿਸ ਜਿਹੜੀਆਂ ਨੇ ਨਾ ਉਹ ਡਿਸਕਵਰ ਹੋਈਆਂ ਤੇ ਉਹ ਬੜੇ ਆਰਾਮ ਦੇ ਨਾਲ ਇੱਕ ਡਿਫਰੈਂਟ ਗਰੁੱਪ ਦੇ ਵਿੱਚ ਪੈ ਗਈਆਂ ਵਿਦਆਊਟ ਡਿਸਟਰਬਿੰਗ ਦਾ ਐਂਟਾਇਰ ਪੀਰੀਓਡਿਕ ਟੇਬਲ। ਇਹ ਵੀ ਇੱਕ ਬੜੀ ਵੱਡੀ ਗੱਲ ਹੈ ਵੀ ਕਿਸੇ ਤਰੀਕੇ ਦੇ ਨਾਲ ਪੀਰੀਓਡਿਕ ਟੇਬਲ ਡਿਸਟਰਬ ਨਹੀਂ ਹੋਇਆ। ਸੋ ਕੀ ਰਿਮਾਰਕੇਬਲ ਫੀਚਰਸ ਰਹੇ ਨੇ ਮੈਂਡਲੀਵ ਦੇ ਪੀਰੀਓਡਿਕ ਟੇਬਲ ਦੇ? ਪਹਿਲੀ ਗੱਲ ਤੇ ਵੀ ਇਹਦਾ ਜਿਹੜਾ ਬੇਸਿਸ ਆਫ ਕਲਾਸੀਫਿਕੇਸ਼ਨ ਆ ਕਾਫੀ ਜ਼ਿਆਦਾ ਫੰਡਾਮੈਂਟਲ ਰਿਹਾ, ਯਾਨੀ ਕਿ ਇਹਨੇ ਸਿਰਫ ਅਟੋਮਿਕ ਮਾਸ ਨਹੀਂ ਲਿਆ, ਇਹਨੇ ਪ੍ਰੋਪਰਟੀਜ਼ ਜਿਹੜੀਆਂ ਨੇ ਉਹ ਵੀ ਨਾਲ ਕੰਸੀਡਰ ਕੀਤੀਆਂ, ਉਹਨਾਂ ਦੀ ਰਿਲੇਸ਼ਨਸ਼ਿਪ ਦੇਖੀ ਅਟੋਮਿਕ ਮਾਸ ਦੇ ਨਾਲ ਕੀ ਆ। ਔਰ ਡਿਸਕਵਰੀ ਆਫ ਨਿਊ ਐਲੀਮੈਂਟਸ ਵਿਦ ਨੋਨ ਪ੍ਰੋਪਰਟੀਜ਼ ਵਾਸ ਪ੍ਰੈਡਿਕਟਡ, ਯਾਨੀ ਕਿ ਇਹਨੇ ਪਹਿਲਾਂ ਹੀ ਪ੍ਰੈਡਿਕਟ ਕਰਤੇ ਵੀ ਕਿਹੜੇ ਨਵੇਂ ਐਲੀਮੈਂਟਸ ਡਿਸਕਵਰ ਹੋਣਗੇ ਤੇ ਉਹਨਾਂ ਦੀਆਂ ਕੀ ਪ੍ਰੋਪਰਟੀਜ਼ ਹੋਣਗੀਆਂ। ਤੇ ਬਾਅਦ ਚੋਂ ਸਕੈਂਡੀਅਮ, ਗੈਲੀਅਮ ਤੇ ਜਰਮੇਨੀਅਮ ਇਹ ਡਿਸਕਵਰ ਹੋਏ ਆ ਔਰ ਬੜੇ ਆਰਾਮ ਨਾਲ ਇਹ ਜਿਹੜੇ ਨੇ ਪੀਰੀਓਡਿਕ ਟੇਬਲ ਦੇ ਵਿੱਚ ਫਿੱਟ ਹੋ ਗਏ, ਕਿਉਂਕਿ ਇਹਨਾਂ ਦੇ ਲਈ ਪਹਿਲਾਂ ਹੀ ਜਗ੍ਹਾ ਜਿਹੜੀ ਸੀਗੀ ਉਹਨੇ ਗੈਪਸ ਦੀ ਫਾਰਮ 'ਚ ਰੱਖੀ ਹੋਈ ਸੀ। ਔਰ ਜਿਹੜਾ ਜ਼ਿਆਦਾ ਐਮਫਸਿਸ ਇਹਨੇ ਦਿੱਤਾ ਪ੍ਰੋਪਰਟੀਜ਼ ਆਫ ਐਲੀਮੈਂਟਸ ਨੂੰ ਦਿੱਤਾ ਅਟੋਮਿਕ ਮਾਸ ਤੋਂ ਵੀ ਜ਼ਿਆਦਾ, ਕਿਉਂਕਿ ਇਹਨੇ ਇਹ ਦੇਖਿਆ ਵੀ ਕਿਸੇ ਵੀ ਐਲੀਮੈਂਟ ਦੇ ਹਾਈਡਰਾਈਡਸ ਜਾਂ ਆਕਸਾਈਡਸ ਕਿੱਦਾਂ ਦੇ ਬਣਦੇ ਆ, ਪ੍ਰੋਪਰਟੀਜ਼ ਕਿੱਦਾਂ ਦੀਆਂ ਵਾ। ਔਰ ਇਸੇ ਦੌਰਾਨ ਗੋਲਡ ਤੇ ਪਲੈਟੀਨਮ ਇਹਨਾਂ ਦਾ ਜਿਹੜਾ ਅਟੋਮਿਕ ਮਾਸ ਆ ਇਹ ਵੀ ਫਿਰ ਸਹੀ ਕਰ ਲਿਆ ਗਿਆ, ਕਿਉਂਕਿ ਪਹਿਲਾਂ ਸਹੀ ਆਈਡੀਆ ਨਹੀਂ ਸੀ ਹੈਗਾ ਗੋਲਡ ਤੇ ਪਲੈਟੀਨਮ ਦੇ ਅਟੋਮਿਕ ਮਾਸ ਦਾ। ਫਿਰ ਜਦੋਂ ਇਨਰਟ ਗੈਸ ਦੀ ਡਿਸਕਵਰੀ ਹੋਈ ਆ ਤਾਂ ਕੋਈ ਨਵਾਂ ਗਰੁੱਪ ਨਹੀਂ ਬਣਾਉਣਾ ਪਿਆ, ਵਿਦਆਊਟ ਡਿਸਟਰਬਿੰਗ ਦਾ ਅਰੇਂਜਮੈਂਟ ਇਹ ਆਰਾਮ ਨਾਲ ਇਨਰਟ ਗੈਸਿਸ ਇਸ ਪੀਰੀਓਡਿਕ ਟੇਬਲ ਦੇ ਵਿੱਚ ਅਰੇਂਜ ਹੋ ਗਈਆਂ। 40 ਐਲੀਮੈਂਟਸ ਦੇ ਗੈਪਸ ਦੇਖੋ ਇਹਨੇ ਰੱਖੇ ਸੀਗੇ, ਇਹਨੂੰ ਪਤਾ ਸੀਗਾ ਵੀ ਹਾਲੇ 40 ਐਲੀਮੈਂਟਸ ਜਿਹੜੇ ਨੇ ਹੋਰ ਬਾਅਦ ਚੋਂ ਡਿਸਕਵਰ ਹੋਣਗੇ। ਸੋ ਬਹੁਤ ਵੱਡੀ ਗੱਲ ਹੁੰਦੀ ਹੈ ਜੇ ਆਪਣੇ ਕੰਮ ਉੱਤੇ ਇੰਨਾ ਕੌਨਫੀਡੈਂਸ ਕਿਸੇ ਨੂੰ ਹੋਵੇ ਕਿ ਉਹ ਫਿਊਚਰ 'ਚ ਹੋਣ ਵਾਲੀ ਜਿਹੜੀ ਡਿਸਕਵਰੀ ਆ ਉਹਨੂੰ ਵੀ ਪ੍ਰੈਡਿਕਟ ਕਰ ਦੇਵੇ। ਸੋ ਹੈਟਸ ਆਫ ਟੂ ਮੈਂਡਲੀਵ ਸਰ, ਜਿਨ੍ਹਾਂ ਨੇ ਇੰਨਾ ਵਧੀਆ ਕੰਮ ਕੀਤਾ ਔਰ ਆਲਮੋਸਟ 44 ਸਾਲ ਤੱਕ ਮੈਂਡਲੀਵ ਸਰ ਦਾ ਬਣਾਇਆ ਹੋਇਆ ਪੀਰੀਓਡਿਕ ਟੇਬਲ ਜਿਹੜਾ ਜਿਹਨੂੰ ਅਸੀਂ ਮੈਂਡਲੀਵਸ ਪੀਰੀਓਡਿਕ ਟੇਬਲ ਕਹਿੰਦੇ ਆ ਇਹ ਫੋਲੋ ਕੀਤਾ ਗਿਆ। ਲੇਕਿਨ ਦੇਖੋ ਪਰਫੈਕਸ਼ਨ ਤਾਂ ਕਦੀ ਕਿਤੇ ਨਹੀਂ ਹੁੰਦੀ ਹੈ ਨਾ, ਥੋੜ੍ਹੀਆਂ ਬਹੁਤੀਆਂ ਕਮੀਆਂ ਰਹਿ ਹੀ ਜਾਂਦੀਆਂ, ਲਿਮਿਟੇਸ਼ਨਸ ਰਹਿ ਹੀ ਜਾਂਦੀਆਂ। ਸੋ ਮੈਂਡਲੀਵ ਦੀ ਜਿਹੜੀ ਕਲਾਸੀਫਿਕੇਸ਼ਨ ਆ ਉਹਦੇ 'ਚ ਕੀ ਕਮੀਆਂ ਰਹਿ ਗਈਆਂ? ਸਭ ਤੋਂ ਪਹਿਲੀ ਗੱਲ ਤਾਂ ਹਾਈਡਰੋਜਨ ਦੇ ਬਾਰੇ ਰਹਿ ਗਈ। ਦੇਖੋ ਜਿਹੜੀ ਹਾਈਡਰੋਜਨ ਹੁੰਦੀ ਹੈ ਨਾ ਇਹਦੀਆਂ ਪ੍ਰੋਪਰਟੀਜ਼ ਨੋ ਡਾਊਟ ਅਲਕਲੀ ਮੈਟਲਸ ਦੇ ਨਾਲ ਮਿਲਦੀਆਂ ਜੁਲਦੀਆਂ ਹੁੰਦੀਆਂ, ਜਿੱਦਾਂ ਵੀ ਹਾਈਡਰੋਜਨ ਕਲੋਰੀਨ ਨਾਲ ਕੰਬਾਈਨ ਕਰਦੀ ਆ ਜਾਂ ਆਕਸੀਜਨ ਨਾਲ ਜਾਂ ਸਲਫਰ ਦੇ ਨਾਲ, ਇਹ ਉੱਦਾਂ ਹੀ ਕੰਬਾਈਨ ਕਰਦੀ ਜਿੱਦਾਂ ਕਿ ਸੋਡੀਅਮ ਕਰਦਾ, ਠੀਕ ਹੈ ਨਾ। ਸਿਮਿਲਰ ਟਾਈਪ ਆਫ ਕੰਪਾਊਂਡਸ ਜਿਹੜੀ ਆ ਹਾਈਡਰੋਜਨ ਉਹ ਬਣਾ ਰਹੀ ਆ। ਸੋ ਨੋ ਡਾਊਟ ਵੀ ਜਿਹੜੀ ਹਾਈਡਰੋਜਨ ਹੈ ਇਹਦੀਆਂ ਸਿਮਿਲੈਰਿਟੀਜ਼ ਹੁੰਦੀਆਂ ਨੇ ਅਲਕਲੀ ਮੈਟਲਸ ਦੇ ਨਾਲ। The way it combines with the halogens, oxygen and sulfur to form compounds having similar formulae। ਲੇਕਿਨ ਜਿੱਦਾਂ ਹੈਲੋਜਨਸ ਹੁੰਦੇ ਨੇ ਹੈ ਨਾ, ਇਹ ਆਪਸ ਦੇ ਵਿੱਚ ਕੰਬਾਈਨ ਕਰਕੇ ਤੇ ਡਾਈ ਅਟੋਮਿਕ ਮੋਲੀਕਿਊਲਸ ਬਣਾਉਂਦੇ ਆ, ਜਿੱਦਾਂ Cl2 ਨੂੰ ਅਸੀਂ ਕਲੋਰੀਨ ਕਹਿੰਦੇ ਆ, I2 ਨੂੰ ਅਸੀਂ ਆਇਓਡੀਨ ਕਹਿੰਦੇ ਆ। ਇਸੇ ਤਰ੍ਹਾਂ ਹਾਈਡਰੋਜਨ ਵੀ ਆਪਣੇ ਵਰਗੇ ਇੱਕ ਦੂਜੇ ਹਾਈਡਰੋਜਨ ਐਲੀਮੈਂਟ ਦੇ ਨਾਲ ਕੰਬਾਈਨ ਕਰਕੇ ਗੈਸ ਬਣਾਉਂਦੀ, ਜਿਹਨੂੰ ਅਸੀਂ H2 ਕਹਿੰਦੇ ਆ, ਯਾਨੀ ਕਿ ਡਾਈ ਅਟੋਮਿਕ ਮੋਲੀਕੂਲ ਹੁੰਦਾ ਹਾਈਡਰੋਜਨ ਦਾ। ਸੋ ਦੇਖਿਆ ਜਾਵੇ ਤਾਂ ਕੁਝ ਪ੍ਰੋਪਰਟੀਜ਼ ਹਾਈਡਰੋਜਨ ਦੀਆਂ ਹੈਲੋਜਨਸ ਦੇ ਨਾਲ ਵੀ ਤੇ ਮਿਲਦੀਆਂ ਨੇ। ਐਂਡ the way it combines with metals and non-metals to form covalent compounds। ਸੋ ਅਗਰ ਆਪਾਂ ਓਵਰਆਲ ਝਾਤੀ ਮਾਰੀਏ ਤੇ ਆਪਾਂ ਇਹ ਕਹਿ ਸਕਦੇ ਹਾਂ ਵੀ ਹਾਈਡਰੋਜਨ ਅਲਕਲੀ ਮੈਟਲਸ ਨਾਲ ਵੀ ਮਿਲਦੀ ਆ, ਹੈਲੋਜਨਸ ਨਾਲ ਵੀ ਮਿਲਦੀ ਆ। ਤੇ ਫਿਰ ਹਾਈਡਰੋਜਨ ਨੂੰ ਕੀ ਪੋਜੀਸ਼ਨ ਅਸਾਈਨ ਹੋਣੀ ਚਾਹੀਦੀ ਆ, ਹੈ ਨਾ। ਇਟ ਮੀਨਸ ਕਿ ਜਿਹੜੀ ਹਾਈਡਰੋਜਨ ਦੀ ਪੋਜੀਸ਼ਨ ਹੈਗੀ ਆ, ਨੋ ਫਿਕਸਡ ਪੋਜੀਸ਼ਨ ਕੈਨ ਬੀ ਗਿਵਨ ਟੂ ਹਾਈਡਰੋਜਨ ਇਨ ਦਾ ਪੀਰੀਓਡਿਕ ਟੇਬਲ।
ਸੋ ਹਾਈਡਰੋਜਨ ਦੀ ਪੋਜੀਸ਼ਨ ਇਨ ਪੀਰੀਓਡਿਕ ਟੇਬਲ ਇਸ ਚੀਜ਼ ਨੂੰ ਲੈ ਕੇ ਵੀ ਇੱਕ ਕਮੀ ਜਿਹੜੀ ਆ ਉਹ ਮੈਂਡਲੀਵਜ਼ ਪੀਰੀਓਡਿਕ ਟੇਬਲ ਦੇ ਵਿੱਚ ਰਹਿ ਗਈ। ਇੱਕ ਹੋਰ ਕਮੀ ਰਹਿ ਗਈ ਵੀ ਆਈਸੋਟੋਪਸ ਜਿਹੜੇ ਨੇ ਨਾ ਉਹਨਾਂ ਦੀ ਗੱਲ ਨਹੀਂ ਕੀਤੀ ਗਈ। ਹੁਣ ਆਈਸੋਟੋਪਸ ਕੀ ਹੁੰਦੇ ਨੇ? ਇਹੋ ਜਿਹੇ ਐਲੀਮੈਂਟਸ ਹੁੰਦੇ ਨੇ ਜਿਨ੍ਹਾਂ ਦਾ ਜਿਹੜਾ ਅਟੋਮਿਕ ਮਾਸ ਹੁੰਦਾ ਉਹ ਅਲੱਗ-ਅਲੱਗ ਹੁੰਦਾ, ਡਿਫਰੈਂਟ ਅਟੋਮਿਕ ਮਾਸ ਹੁੰਦਾ। ਜਿੱਦਾਂ ਇਹ ਕਲੋਰੀਨ ਦੇ 2 ਆਈਸੋਟੋਪਸ ਨੇ, ਇੱਕ ਦਾ ਅਟੋਮਿਕ ਮਾਸ 35 ਆ, ਦੂਜੇ ਦਾ ਅਟੋਮਿਕ ਮਾਸ 37 ਆ। ਸੋ ਹੁਣ ਪੀਰੀਓਡਿਕ ਟੇਬਲ ਦੇ ਵਿੱਚ ਜਿਹੜੇ ਐਲੀਮੈਂਟਸ ਨੇ ਉਹ ਇਨਕਰੀਜ਼ਿੰਗ ਆਰਡਰ ਆਫ ਅਟੋਮਿਕ ਮਾਸ ਦੇ ਅਕੋਰਡਿੰਗਲੀ ਅਰੇਂਜਡ ਨੇ। ਤੇ ਹੁਣ ਫਿਰ ਆਈਸੋਟੋਪਸ ਦਾ ਕੀ ਕਰੀਏ? ਵੀ ਇਹਨਾਂ ਨੂੰ ਅਲੱਗ-ਅਲੱਗ ਰੱਖਿਆ ਜਾਵੇ ਕਿ ਇੱਕ ਹੀ ਪੋਜੀਸ਼ਨ 'ਤੇ ਰੱਖਿਆ ਜਾਵੇ? ਇਹਦੇ ਬਾਰੇ ਕੋਈ ਕਲੈਰਿਟੀ ਨਹੀਂ ਹੋ ਸਕੀ। ਸੋ ਆਈਸੋਟੋਪਸ ਆਫ ਐਲੀਮੈਂਟਸ ਦੀ ਪੋਜੀਸ਼ਨਿੰਗ ਇੱਕ ਮੇਜਰ ਚੈਲੰਜ ਰਹੀ ਆ ਟੂ ਦ ਮੈਂਡਲੀਵਜ਼ ਪੀਰੀਓਡਿਕ ਟੇਬਲ। ਇੱਕ ਗੱਲ ਹੋਰ ਵੀ ਆ ਵੀ ਜਿਹੜੇ ਅਟੋਮਿਕ ਮਾਸ ਹੁੰਦੇ ਨੇ ਨਾ ਇਹ ਕਿਸੇ ਰੈਗੂਲਰ ਮੈਨਰ 'ਚ ਤਾਂ ਇਨਕਰੀਜ਼ ਕਰਦੇ ਹੀ ਨਹੀਂ ਗਏ ਇੱਕ ਐਲੀਮੈਂਟ ਤੋਂ ਅਗਲੇ ਐਲੀਮੈਂਟ ਤੱਕ। ਸੋ ਜੇ ਆਪਾਂ ਕਹਿ ਦਈਏ ਬਈ ਕੋਈ ਐਲੀਮੈਂਟਸ ਜਿਹੜੇ ਨੇ ਹਾਲੇ ਡਿਸਕਵਰ ਹੋਣੇ ਆ, ਅਸੀਂ ਪ੍ਰੋਡਿਕਸ਼ਨ ਕਰਨੀ ਆ, ਤੇ ਕਿੰਨੇ ਡਿਸਕਵਰ ਹੋਣਗੇ ਇਹ ਆਪਾਂ ਕਿੱਦਾਂ ਸ਼ੋਰਟੀ ਨਾਲ ਕਹਿ ਸਕਦੇ ਹਾਂ? ਕਿਉਂਕਿ ਇੱਥੇ ਕੋਈ ਰੈਗੂਲਰ ਪੈਟਰਨ ਆਫ ਅਟੋਮਿਕ ਮਾਸ ਇਨਕਰੀਜ਼ ਤਾਂ ਹੁੰਦਾ ਹੀ ਨਹੀਂ, ਸਪੈਸ਼ਲੀ ਜਦੋਂ ਆਪਾਂ ਹੈਵੀਅਰ ਐਲੀਮੈਂਟਸ ਦੀ ਗੱਲ ਕਰਦੇ ਹਾਂ। ਸੋ ਇੱਥੇ ਵੀ ਕੁਝ ਕਲੀਅਰ ਨਹੀਂ ਹੋ ਸਕਿਆ। ਸੋ ਇਹ ਕੁਝ ਕਮੀਆਂ ਰਹਿ ਗਈਆਂ। ਸੋ ਆਓ ਹੁਣ ਆਪਾਂ ਡਿਸਕ੍ਰਿਪੈਂਸੀਜ਼ ਇਨ ਮੈਂਡਲੀਵਜ਼ ਪੀਰੀਓਡਿਕ ਟੇਬਲ ਨੂੰ ਵੀ ਜਰਾ ਫਟਾਫਟ ਕਨਕਲੂਡ ਕਰ ਲਈਏ। ਸੋ ਮੈਂਡਲੀਵ ਦੀ ਪੀਰੀਓਡਿਕ ਟੇਬਲ 'ਚ ਕਿਹੜੀਆਂ ਡਿਸਕ੍ਰਿਪੈਂਸੀਜ਼ ਰਹਿ ਗਈਆਂ ਸੀਗੀਆਂ? ਪਹਿਲੀ ਗੱਲ ਤਾਂ ਵੀ ਆਈਸੋਟੋਪਸ ਜਿਹੜੇ ਨੇ ਨਾ ਉਹਨਾਂ ਦੀ ਪੋਜੀਸ਼ਨ ਦੇ ਬਾਰੇ ਕਲੀਅਰ ਨਹੀਂ ਸੀ ਕੀਤਾ ਗਿਆ। ਹੁਣ ਆਈਸੋਟੋਪਸ ਕੀ ਹੁੰਦੇ ਨੇ? ਐਲੀਮੈਂਟਸ ਵਿਦ ਡਿਫਰੈਂਟ ਅਟੋਮਿਕ ਮਾਸਿਸ। ਤੇ ਮੈਂਡਲੀਵ ਦੀ ਪੀਰੀਓਡਿਕ ਟੇਬਲ ਦੇ ਵਿੱਚ ਜਿਹੜੀ ਅਰੇਂਜਮੈਂਟ ਸੀਗੀ ਐਲੀਮੈਂਟਸ ਦੀ ਉਹ ਸੀਗੀ ਇਨ ਦਾ ਇਨਕਰੀਜ਼ਿੰਗ ਆਰਡਰ ਆਫ ਅਟੋਮਿਕ ਮਾਸ। ਤੇ ਫਿਰ ਆਹ ਜਿਹੜੇ ਆਈਸੋਟੋਪਸ ਨੇ ਇਹਨਾਂ ਦੇ ਇਨਕਰੀਜ਼ਿੰਗ ਮਾਸ ਦੇ ਅਕੋਰਡਿੰਗਲੀ ਇਹਨਾਂ ਨੂੰ ਕਿਉਂ ਨਹੀਂ ਰੱਖਿਆ ਗਿਆ ਪੀਰੀਓਡਿਕ ਟੇਬਲ 'ਚ? ਜਿੱਦਾਂ ਅਸੀਂ ਕਲੋਰੀਨ ਦੀ ਗੱਲ ਕੀਤੀ ਸੀ ਵੀ ਉਹਦੇ ਆਈਸੋਟੋਪਸ ਨੇ, ਕਲੋਰੀਨ ਦਾ ਅਟੋਮਿਕ ਮਾਸ 35 ਵੀ ਹੁੰਦਾ ਤੇ ਉਹਦੇ ਆਈਸੋਟੋਪ ਦਾ 37 ਵੀ ਹੁੰਦਾ, ਤੇ ਉਹਨਾਂ ਨੂੰ ਕਿੱਦਾਂ ਰੱਖਣਾ ਇਹਦੇ ਬਾਰੇ ਕਲੀਅਰ ਨਹੀਂ ਕੀਤਾ ਗਿਆ। ਇਸੇ ਤਰ੍ਹਾਂ ਹੀ ਕੁਝ ਐਲੀਮੈਂਟਸ ਜਿਹੜੇ ਸੀਗੇ ਹਾਇਰ ਅਟੋਮਿਕ ਮਾਸ ਵਾਲੇ ਉਹ ਲੋਅਰ ਅਟੋਮਿਕ ਮਾਸ ਤੋਂ ਪਹਿਲਾਂ ਰੱਖ ਦਿੱਤੇ ਗਏ। ਜਿੱਦਾਂ ਆਰਗਨ ਦਾ ਅਟੋਮਿਕ ਮਾਸ 40 ਆ, ਇਹਨੂੰ ਪੋਟਾਸ਼ੀਅਮ ਤੋਂ ਪਹਿਲਾਂ ਰੱਖ ਦਿੱਤਾ ਗਿਆ ਜਦੋਂ ਕਿ ਇਹਦਾ ਅਟੋਮਿਕ ਮਾਸ 39 ਆ। ਇਸੇ ਤਰ੍ਹਾਂ ਹੀ ਆਇਓਡੀਨ ਦਾ ਅਟੋਮਿਕ ਮਾਸ ਹੁੰਦਾ 127, ਇਹਨੂੰ ਟੈਲੂਰੀਅਮ ਤੋਂ ਬਾਅਦ ਰੱਖਿਆ ਗਿਆ ਜਦੋਂ ਕਿ ਟੈਲੂਰੀਅਮ ਦਾ ਅਟੋਮਿਕ ਮਾਸ ਕਿੰਨਾ ਹੁੰਦਾ? 127.8 ਹੁੰਦਾ। ਸੋ ਅਗਰ ਆਪਾਂ ਮਾਸ ਦਾ ਇਨਕਰੀਜ਼ਿੰਗ ਆਰਡਰ ਵੇਖਦੇ ਹਾਂ ਤੇ ਫਿਰ ਆਇਓਡੀਨ ਜਿਹੜੀ ਹੁੰਦੀ ਆ ਉਹ ਟੈਲੂਰੀਅਮ ਤੋਂ ਪਹਿਲਾਂ ਆਉਣੀ ਚਾਹੀਦੀ ਆ, ਫਿਰ ਇਹਨੂੰ ਆਇਓਡੀਨ ਨੂੰ ਟੈਲੂਰੀਅਮ ਤੋਂ ਬਾਅਦ ਕਿਉਂ ਰੱਖਿਆ ਗਿਆ? ਇਸੇ ਤਰ੍ਹਾਂ ਹੀ ਕੁਝ ਸਿਮਿਲਰ ਐਲੀਮੈਂਟਸ ਸੀਗੇ ਜਿਹੜੇ ਕਿ ਡਿਫਰੈਂਟ ਗਰੁੱਪਸ 'ਚ ਪਾ ਦਿੱਤੇ ਗਏ। ਜਿੱਦਾਂ ਕੀ ਕਹਿੰਦੇ ਕਿ ਮਰਕਰੀ, ਲੈਡ, ਬੇਰੀਅਮ ਹੈ ਨਾ, ਇਹਨਾਂ ਦੀਆਂ ਕਾਫੀ ਸਿਮਿਲਰ ਪ੍ਰੋਪਰਟੀਜ਼ ਹੁੰਦੀਆਂ, ਇਹ ਡਿਫਰੈਂਟ ਗਰੁੱਪਸ 'ਚ ਚਲੇ ਗਏ। ਜਦੋਂ ਕਿ ਕੁਝ ਡਿਸਸਿਮਿਲਰ ਐਲੀਮੈਂਟਸ ਇਕੱਠੇ ਹੋ ਗਏ। ਕਿੱਦਾਂ? ਜਿੱਦਾਂ ਦੇਖੋ ਕੋਪਰ, ਸਿਲਵਰ ਤੇ ਗੋਲਡ, ਇਹ ਜਿਹੜੇ ਨੇ ਇਹ ਮੈਟਲਸ ਨੇ, ਇਹਨਾਂ ਨੂੰ ਅਲਕਲੀ ਮੈਟਲਸ ਦੇ ਨਾਲ ਸੇਮ ਗਰੁੱਪ 'ਚ ਪਾ ਦਿੱਤਾ ਗਿਆ। ਹੁਣ ਇਹ ਮੈਟਲਸ ਨੇ, ਇਹਨਾਂ ਨੂੰ ਅਲਕਲੀ ਮੈਟਲਸ ਦੇ ਨਾਲ ਸੇਮ ਗਰੁੱਪ 'ਚ ਕਿੱਦਾਂ ਪਾਇਆ ਜਾ ਸਕਦਾ? ਇਹਨਾਂ ਨੂੰ ਇਕੱਠਾ ਕਿੱਦਾਂ ਕੀਤਾ ਜਾ ਸਕਦਾ? ਇਹ ਵੀ ਇੱਕ ਡਿਸਕ੍ਰਿਪੈਂਸੀ ਹੈ। ਸੋ ਇਸੇ ਤਰ੍ਹਾਂ ਹਾਈਡਰੋਜਨ ਦੀ ਪੋਜੀਸ਼ਨ ਹੈ ਉਹਨੂੰ ਲੈ ਕੇ ਡਿਸਕ੍ਰਿਪੈਂਸੀ ਰਹੀ ਹੈ ਵੀ ਅਲਕਲੀ ਮੈਟਲਸ 'ਚ ਪਾਇਆ ਜਾਵੇ ਕਿ ਹੈਲੋਜਨਸ ਦੇ ਨਾਲ ਪਾਇਆ ਜਾਵੇ। ਸੋ ਇਹ ਜਿਹੜੀਆਂ ਡਿਸਕ੍ਰਿਪੈਂਸੀਜ਼ ਸੀ ਨਾ ਇਹਨਾਂ ਨੂੰ ਦੂਰ ਕਰਨ ਦੇ ਲਈ ਹੀ 1913 'ਚ ਹੈਨਰੀ ਮੋਜ਼ਲੇ ਨੇ ਮਾਡਰਨ ਪੀਰੀਓਡਿਕ ਟੇਬਲ ਇਨਵੈਂਟ ਕੀਤਾ ਤੇ ਉਹਨਾਂ ਨੇ ਇਹ ਕਹਿਤਾ ਵੀ ਅਟੋਮਿਕ ਮਾਸ ਨਹੀਂ ਬਲਕਿ ਅਟੋਮਿਕ ਨੰਬਰ ਜਿਹੜਾ ਹੁੰਦਾ ਉਹ ਬੇਸਿਕ ਫੰਡਾਮੈਂਟਲ ਕਨਸੈਪਟ ਆ, ਉਹਦੇ ਅਕੋਰਡਿੰਗਲੀ ਹੀ ਜਿਹੜੀਆਂ ਪ੍ਰੋਪਰਟੀਜ਼ ਆਫ ਐਲੀਮੈਂਟਸ ਹੁੰਦੀਆਂ ਨੇ ਉਹ ਪੀਰੀਓਡਿਸਿਟੀ ਸ਼ੋ ਕਰਦੀਆਂ ਨੇ, ਰਿਪੀਟ ਹੁੰਦੀਆਂ ਨੇ। ਸੋ ਪ੍ਰੋਪਰਟੀਜ਼ ਆਫ ਐਲੀਮੈਂਟਸ ਆਰ ਅ ਪੀਰੀਓਡਿਕ ਫੰਕਸ਼ਨ ਆਫ देयर ਅਟੋਮਿਕ ਨੰਬਰ, ਨਾਟ ਅਟੋਮਿਕ ਮਾਸ। ਮਾਡਰਨ ਪੀਰੀਓਡਿਕ ਟੇਬਲ ਹੁਣ ਅਸੀਂ ਨੈਕਸਟ ਵੀਡੀਓ 'ਚ ਕਰਾਂਗੇ ਤੇ ਇਸ ਚੈਪਟਰ ਨੂੰ ਅੱਗੇ ਪ੍ਰੋਸੀਡ ਕਰਾਂਗੇ। ਇਸ ਵੀਡੀਓ ਲਈ ਇੰਨਾ ਹੀ, ਮਿਲਾਂਗੇ ਅਗਲੀ ਵੀਡੀਓ 'ਚ। ਥੈਂਕ ਯੂ ਸੋ ਮਚ ਫॉर ਵਾਚਿੰਗ।